ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਇਕੱਤਰਤਾ ਦੇ ਵਿੱਚ ਜਿੰਨੇ ਵੀ ਪਰਿਵਾਰ ਵਿਦਿਆਰਥੀ ਵੀਰ ਭੈਣ ਭਰਾ ਜੁੜ ਚੁੱਕੇ ਹੋ, ਸਭ ਦਾ ਸਵਾਗਤ ਹੈ ਜੀ। ਅੱਜ 84 ਦਿਨ ਹੋ ਗਏ, ਗੁਰੂ ਦੀ ਬਖਸ਼ਿਸ਼ ਹੈ ਕਿ ਅਸੀਂ ਸੰਗਤ ਦੇ ਨਾਲ ਜੁੜਦੇ ਹਾਂ। ਸੋ ਸਾਰਿਆਂ ਨੂੰ ਪਤਾ ਹੀ ਹੈ ਕਿ ਅਸੀਂ ਜਾਪ ਸੇਵਾ ਪਹਿਲਾਂ ਉਸ ਵਾਹਿਗੁਰੂ ਪਰਮਾਤਮਾ ਦਾ ਨਾਮ ਤੋਂ ਸ਼ੁਰੂ ਕਰਦੇ ਹਾਂ, ਤਾਂ ਕਿ ਅਸੀਂ ਸਿੱਖਣ ਦੇ ਲਈ ਕੁਝ ਤਿਆਰ ਹੋ ਸਕੀਏ, ਆਪਣੇ ਮਨ ਨੂੰ ਇਕਾਗਰ ਕਰ ਸਕੀਏ, ਸਾਡੀਆਂ ਖਿੰਡੀਆਂ ਹੋਈਆਂ ਬਿਰਤੀਆਂ ਇਕਾਗਰ ਹੋ ਜਾਣ। ਆਓ ਜਾਪ ਦੀ ਸੇਵਾ ਜ ਲੈ ਰਹੇ ਨੇ ਮਨਪ੍ਰੀਤ ਕੌਰ ਜੀ ਜੈਤੋ ਜ਼ੋਨ ਤੋਂ, ਜਿਨ੍ਹਾਂ ਦਾ EPP ਨੰਬਰ 13,895 ਹੈ ਜੀ। ਮਨਪ੍ਰੀਤ ਕੌਰ ਜੀ ਜਾਪ ਦੀ ਸੇਵਾ ਲੈਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਇੱਕ ਓੰਕਾਰ ਸਤਨਾਮ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਟੀ ਮਨਪ੍ਰੀਤ ਕੌਰ ਜੀ ਦਾ ਬਹੁਤ ਬਹੁਤ ਧੰਨਵਾਦ ਜੀ, ਪੂਰੇ ਪਰਿਵਾਰ ਦਾ ਧੰਨਵਾਦ। ਬੇਟਾ ਹਰ ਰੋਜ਼ ਆਪਾਂ ਦੱਸਦੇ ਹਾਂ ਕਿ ਜਦੋਂ ਅਸੀਂ ਇਹ ਸੇਵਾ ਲੈਂਦੇ ਹਾਂ ਤੇ ਪਹਿਲਾਂ ਸੁਣਿਆ ਕਰੀਏ ਜੀ, 1-2 ਦਿਨ ਜ਼ਰੂਰ ਪਹਿਲਾਂ ਸੇਵਾ ਦੇ ਵਿੱਚ ਆਪਾਂ ਹਾਜ਼ਰ ਹੋਇਆ ਕਰੀਏ, ਤਾਂ ਕਿ ਸਾਨੂੰ ਪਤਾ ਲੱਗ ਜਾਵੇ ਕਿ ਜਦੋਂ ਤਕਰੀਬਨ ਇੱਕੋ ਗਲਤੀ ਹੈ ਜਿਹੜੀ ਆਪਾਂ ਕਰਦੇ ਹਾਂ, ਅਜੂਨੀ ਸੈਭੰ, ਇਹ ਸ਼ਬਦ 2 ਨੇ ਤੇ ਇਕੱਠਾ ਇੱਕੋ ਵਾਰੀ ਬੋਲਦੇ ਆ। ਅਜੂਨੀ ਅਜੂਨਾ ਤੋਂ ਰਹਿਤ ਹੈ, ਸੈਭੰ ਉਹ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ। ਅਜੂਨੀ ਸੈਭੰ ਅਲੱਗ-ਅਲੱਗ ਸ਼ਬਦ ਹੈ, ਇਸ ਕਰਕੇ ਇਸ ਨੂੰ ਅਲੱਗ-ਅਲੱਗ ਹੀ ਬੋਲਿਆ ਕਰੋ। ਜਿਵੇਂ ਨਿਰਭਉ ਨਿਰਵੈਰ ਅਲੱਗ ਬੋਲਦੇ ਆ, ਇਸੇ ਤਰ੍ਹਾਂ ਇਹ ਵੀ ਅਲੱਗ-ਅਲੱਗ ਸ਼ਬਦ 2 ਨੇ। ਸੋ ਬਹੁਤ ਬਹੁਤ ਧੰਨਵਾਦ ਜੀ। ਅੱਜ ਦੀ ਕੀਰਤਨ ਦੀ ਸੇਵਾ ਹੈ ਜੀ ਇਸ਼ਲੀਨ ਕੌਰ ਜੀ ਲੁਧਿਆਣਾ ਜ਼ੋਨ ਤੋਂ। ਇਸ਼ਲੀਨ ਕੌਰ ਜੀ। ਮੈਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਬੋਲੋ ਜੀ। ਹਾਂਜੀ ਮੈਮ ਮੇਰਾ ਨਾਮ ਮੈਕਦੀਪ ਕੌਰ ਹੈ, ਮੇਰਾ ਮੈਮ EPP ਨੰਬਰ 14212। ਮੈਂ ਜੋਨ ਮਾਨਸਾ ਤੋਂ ਬੋਲ ਰਹੀ ਹਾਂਗੀ। ਹਾਂਜੀ ਮੈਮ ਸ਼ਬਦ ਸਟਾਰਟ ਕਰੀਏ। ਹਾਂਜੀ ਹਾਂਜੀ ਸ਼ੁਰੂ ਕਰੋ ਜੀ। आवो सिख सतगुर के प्यारियो, आवो सिख सतगुर के प्यारियो, गावो सच्ची बानी, गावो सच्ची बानी, बानी तगावो गुरु केरी, बानी तगावो गुरु केरी, बानिया
सिर बाणी। जिनको नदर कर्म होवे हृदय तिना समाई। हृदय तिना समाई। पियो अमृत सदा रोह रंग। पियो अमृत सदा रोह रंग। जपयो सारक पानी। जपयो सारक पानी। कहो नानक सदा रोह रंग। जपयो सारक पानी। पियो अमृत सदा रोह रंग। जपयो सारक बाणी। वाहिगुरु जी का खालसा वाहिगुरु जी की फतेह। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਜੀ। ਕਹੈ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਸਤਿਗੁਰੂ ਜੀ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦਾ ਸ਼ਬਦ ਜੋ ਤੁਸੀਂ ਸਰਵਣ ਕਰਵਾਇਆ, ਬਹੁਤ ਬਹੁਤ ਧੰਨਵਾਦ ਜੀ। ਗੁਰੂ ਜੀ ਕਹਿ ਰਹੇ ਸਦਾ ਹੀ ਇਹ ਬਾਣੀ ਗਾਇਆ ਕਰੋ। ਸੋ ਸਾਰੇ ਬੱਚੇ, ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਾਰੇ ਅਸੀਂ ਉਸ ਵਾਹਿਗੁਰੂ ਦੇ ਬੱਚੇ ਆ। ਤੇ ਗੁਰੂ ਸਾਹਿਬ ਆਪਣੇ ਬੱਚਿਆਂ ਨੂੰ ਕਹਿੰਦੇ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਗੁਰੂ ਦੇ ਪਿਆਰਿਓ ਆਜੋ ਬਾਣੀ ਗਾਈਏ, ਹਨਾ। ਸਾਰਿਆਂ ਨੂੰ ਸਾਨੂੰ ਬਾਣੀ ਗਾਉਣੀ ਚਾਹੀਦੀ ਹੈ। ਅੱਜ ਸਾਡੇ ਨਾਲ ਜੁੜ ਚੁੱਕੇ ਹਨ ਭਾਈ ਕਰਮ ਸਿੰਘ ਜੀ, ਪ੍ਰਚਾਰਕ SGPC ਮੈਂਬਰ। ਤੇ ਸੋ ਵੀਰ ਜੀਆਂ ਨੂੰ ਬੇਨਤੀ ਹੈ ਜੀ ਕਿ ਉਹ ਆਪਣੇ ਵਿਚਾਰ ਬੱਚਿਆਂ ਦੇ ਨਾਲ ਰੱਖਣਗੇ। ਬੱਚੇ ਹੁਣ ਤੱਕ ਜਿਹੜੇ ਤਕਰੀਬਨ 400 ਦੇ ਕਰੀਬ ਆ ਜਿਹੜੇ ਉਹ ਪਰਿਵਾਰ ਇਸ ਜ਼ੂਮ ਦੇ ਰਾਹੀਂ ਇਸ ਕੈਂਪ ਦੇ ਨਾਲ ਸੰਗਤ ਰੂਪ ਵਿੱਚ ਜੁੜ ਚੁੱਕੇ ਹਨ। ਸੋ ਵੀਰ ਜੀਆਂ ਨੂੰ ਬੇਨਤੀ ਹੈ ਕਿ ਆਪਣੇ ਵਿਚਾਰ ਹੈ ਜਿਹੜੇ ਉਹ ਸਾਂਝੇ ਕਰਨਗੇ, ਜਿਨ੍ਹਾਂ ਦਾ ਵਿਸ਼ਾ ਹੈ ਸਾਜਨ ਮੀਤ ਸੁਆਮੀ ਨੇਰੋ। ਸੋ ਸਕਰੀਨ ਸ਼ੇਅਰ ਵੀ ਕੀਤੀ ਹੋਈ ਹੈ ਭੈਣ ਜੀਆਂ ਨੇ। ਸਾਜਨ ਮੀਤ ਸੁਆਮੀ ਨੇਰੋ ਜੋ ਵਿਸ਼ਾ ਹੈ ਅੱਜ ਦਾ। ਪੇਖਤ ਸੁਣਤ ਸਭਨ ਕੈ ਸੰਗੈ ਕਾਜ ਬੁਰੇ ਕਹੋ ਫੇਰੋ। ਸੋ ਸਤਿਗੁਰੂ ਜੀ ਬਖਸ਼ਿਸ਼ ਕਰਨ ਕਿ ਸਾਨੂੰ ਸਾਰਿਆਂ ਨੂੰ ਇਹ ਸੋਝੀ ਆ ਜਾਵੇ। ਵੀਰ ਜੀਆਂ ਨੂੰ ਬੇਨਤੀ ਹੈ ਜੀ ਆਪਣਾ ਵਿਸ਼ਾ ਲੈਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਆਪ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਓ ਸੱਚੀ ਬਾਣੀ। ਬਾਣੀ ਤਾਂ ਗਾਵ ਹੋ ਗੁਰੂ ਕੇਰੀ ਬਾਣੀਆਂ ਫਿਰ ਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦੇ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ। ਜਪਿਓ ਸਾਰੰਗ ਪਾਣੀ ਕਹ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਸਨਮਾਨਯੋਗ ਗੁਰੂ ਪਿਆਰੇ, ਗੁਰੂ ਸਵਾਰੇ ਸਮੂਹ ਵਿਦਿਆਰਥੀ, ਤੇ ਮੈਂ ਬਹੁਤ ਹੀ ਅਦਬ ਤੇ ਸਤਿਕਾਰ ਦੇ ਨਾਲ ਜ਼ਿਕਰ ਕਰਨ ਲੱਗਾ ਹਾਂ। ਭੈਣ ਜੀ ਦੱਸਿਓ ਆਵਾਜ਼ ਸਹੀ ਆ ਰਹੀ? ਹਾਂਜੀ ਹੁਣ ਠੀਕ ਹੈ ਜੀ। ਥੋੜਾ ਜਿਹਾ ਅਗਰ ਉੱਚਾ ਹੋ ਜਾਵੇ ਤਾਂ ਵਧੀਆ ਹੋ ਜਾਏਗਾ। ਠੀਕ ਹੈ ਜੀ। ਸੋ ਬਹੁਤ ਹੀ ਅਦਬ ਤੇ ਸਤਿਕਾਰ ਨਾਲ ਮੈਂ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਨ ਲੱਗਾ ਹਾਂ ਕਿ ਇਹ ਜੋ ਮਹਾਨ ਪਰਉਪਕਾਰ ਦਾ ਕਾਰਜ ਹੈ, ਆਪ ਸਾਰੇ ਵਿਦਿਆਰਥੀ ਸੰਗਤ ਰੂਪ ਵਿੱਚ ਭਲੀ ਭਾਂਤ ਜਾਣੂ ਹੋ ਕਿ ਇਹ ਗੁਰੂ ਨਾਨਕ ਮਲਟੀਵਰਸਿਟੀ ਸਾਰੇ ਜੋ ਪ੍ਰਬੰਧਕ ਨੇ ਤੇ ਵਿਸ਼ੇਸ਼ ਤੌਰ ਤੇ ਸਰਦਾਰ ਜਸਵਿੰਦਰ ਸਿੰਘ ਜੀ ਖਾਲਸਾ, ਜਿਨ੍ਹਾਂ ਨੇ ਐਜੂਕੇਸ਼ਨ
पंजाब प्रोजेक्ट प्रारंभ किया है। कहबे को शोभा नहीं देखा ही प्रवान। सो सारिਆਂ ਦਾ ਪਹਿਲਾਂ ਦਾਸ ਧੰਨਵਾਦ ਕਰਦਾ ਹੈ, ਸ਼ੁਰੂਆਤ ਵਿੱਚ ਵੀ, ਬਾਅਦ ਵਿੱਚ ਸਮਾਪਤੀ ਤੇ ਵੀ ਜ਼ਰੂਰ ਧੰਨਵਾਦ ਕਰਾਂਗਾ। ਸੋ ਸਤਿਕਾਰਯੋਗ ਭੈਣ ਜੀ ਜਸਪ੍ਰੀਤ ਕੌਰ ਜੀ, ਭੈਣ ਜੀ ਸੁਰਿੰਦਰ ਕੌਰ ਜੀ, ਤੇ ਜਿਨ੍ਹਾਂ ਦੇ ਰਾਹੀਂ ਦਾਸ ਦਾ ਇਹ ਸੰਬੰਧ ਜੁੜਿਆ ਹੈ ਮਲਟੀਵਰਸਿਟੀ ਦੇ ਨਾਲ, ਸਤਿਕਾਰਯੋਗ ਭੈਣ ਜੀ ਰੁਪਿੰਦਰ ਕੌਰ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ। ਸੋ ਸਾਰੇ ਹੀ ਆਪ ਸਨਮਾਨਯੋਗ ਹੋ। ਸੋ ਆਓ ਜੀ ਇੱਕ ਵਾਰਾਂ ਫਿਰ ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਕੋਈ ਰਸਨਾ ਵਾਂਝੀ ਨਾ ਰਹੇ। ਸਮੂਹ ਵਿਦਿਆਰਥੀ ਸਾਰਾ ਸਟਾਫ ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦਾਸ ਨੂੰ ਅੱਜ ਦਾ ਜੋ ਵਿਸ਼ਾ ਪ੍ਰਾਪਤ ਹੋਇਆ ਹੈ, ਇਹ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਪਾਵਨ ਅੰਗ 1302 ਅਤੇ 3 ਉੱਪਰ ਸੁਭਾਇਮਾਨ ਹੈ। ਸ਼ਬਦ ਦੀ ਪ੍ਰਾਰੰਭਤਾ ਦਾ ਜੋ ਸਿਰਲੇਖ ਹੈ, ਟਾਈਟਲ ਹੈ ਕਾਨੜਾ ਮਹੱਲਾ 5ਵਾਂ ਹੈ, ਤੇ ਇਹ ਇਸ ਦੀਆਂ ਪ੍ਰਾਰੰਭਕ ਪੰਕਤੀਆਂ ਹਨ, ਸ਼ੁਰੂ ਦੀਆਂ ਪੰਕਤੀਆਂ। ਤੇ ਜਦੋਂ ਆਪਾਂ ਇਹਨਾਂ ਨੂੰ ਪੜ੍ਹਾਂਗੇ, ਪ੍ਰੇਮ ਨਾਲ ਉਚਾਰਨ ਕਰਾਂਗੇ, ਸਾਨੂੰ ਨਾਲ ਹੀ ਪਤਾ ਲੱਗ ਜਾਏਗਾ ਕਿ ਇਹ ਹੀ ਇਹ ਸ਼ਬਦ ਦਾ ਕੇਂਦਰੀ ਵਿਸ਼ਾ ਹੈ, ਅਰਥਾਤ ਰਹਾਉ ਦੀਆਂ ਤੁਕਾਂ। ਰਹਾਉ ਤੋਂ ਭਾਵ ਹੁੰਦਾ ਹੈ ਠਹਿਰਾਓ, ਵਿਸ਼ਰਾਮ, ਇਹਨੂੰ ਵਿਚਾਰੋ। ਸੋ ਇਹ ਗੁਰੂ ਕਾਲ ਤੋਂ ਹੀ ਮਰਜ਼ਾਦਾ ਆ ਰਹੀ ਹੈ ਕਿ ਜਿਸ ਸ਼ਬਦ ਦੇ ਵਿੱਚ ਜਿੱਥੇ ਰਹਾਉ ਆਵੇ ਜਾਂ ਜਿੰਨੇ ਵੀ ਰਹਾਉ ਆਉਣ, ਉਹ ਸ਼ਬਦ ਦੇ ਕੇਂਦਰੀ ਵਿਸ਼ੇ ਜਿਹੜੇ ਨੇ ਮੰਨੇ ਜਾਂਦੇ ਹਨ, ਨਿਰਧਾਰਤ ਹੁੰਦੇ ਹਨ। ਸੋ ਗੁਰੂ ਦੀ ਮਹਾਨ ਕਿਰਪਾ ਬਖਸ਼ਿਸ਼ ਹੋਈ ਹੈ। ਇਸ ਸੰਸਥਾ ਦੇ ਵੱਲੋਂ, ਗੁਰੂ ਨਾਨਕ ਮਲਟੀਵਰਸਿਟੀ ਵੱਲੋਂ ਦਾਸ ਨੂੰ ਇਹ ਸੁਭਾਗ ਪ੍ਰਾਪਤ ਹੋਇਆ ਹੈ ਇਸ ਵਿਸ਼ੇ ਨੂੰ ਨਿਭਾਉਣ ਦਾ। ਸੋ ਵਿਸ਼ਾ ਜੋ ਹੈ, ਇਹਦੀਆਂ ਪਵਿੱਤਰ ਪਾਵਨ ਪੰਕਤੀਆਂ ਹਨ ਜੀ। ਸਤਿਗੁਰੂ ਗੁਰੂ ਅਰਜਨ ਦੇਵ ਮਨ ਸਾਜਨ ਮੀਤ ਸੁਆਮੀ ਨੇਰੋ। ਸਾਜਨ ਤੋਂ ਭਾਵ ਹੁੰਦੇ ਆ ਜੀ, ਇਹਦੇ ਅਰਥ ਆਪਾਂ ਸਭ ਤੋਂ ਪਹਿਲਾਂ ਸਾਰੇ ਬੱਚਿਆਂ ਨੂੰ ਲੋੜ ਆ। ਪਹਿਲਾਂ ਵੈਸੇ ਕਿਸੇ ਸ਼ਬਦ ਦਾ ਜਦੋਂ ਆਪਾਂ ਸ਼ੁਰੂਆਤ ਕਰਦੇ ਹਾਂ ਤੇ ਗੁਰਮਤਿ ਵਿਆਕਰਨ ਦੇ ਅਨੁਸਾਰ ਇਹਦਾ ਢੰਗ ਹੀ ਵਿਦਿਆਰਥੀਓ ਬੱਚਿਓ ਇਹ ਹੁੰਦਾ ਹੈ ਕਿ ਪਹਿਲਾਂ ਕਹਿੰਦੇ ਜਿਸ ਦੀ ਬਾਣੀ ਸ਼ੁੱਧ ਆ, ਉਹਦੇ ਅੱਖਰ ਸ਼ੁੱਧ ਨੇ, ਫਿਰ ਉਹ ਤੋਂ ਬਾਅਦ ਉਹਦਾ ਵਿਸ਼ਰਾਮ ਸ਼ੁੱਧ ਹੋਣਾ ਚਾਹੀਦਾ। ਜਦੋਂ ਵਿਸ਼ਰਾਮ ਸ਼ੁੱਧ ਆ ਤੇ ਫਿਰ ਅੱਖਰ, ਸ਼ਬਦ, ਵਿਸ਼ਰਾਮ, ਫਿਰ ਉਹਦੇ ਪਦ ਅਰਥ ਦਾ ਗਿਆਨ ਹੋਣਾ ਚਾਹੀਦਾ, ਸੋਝੀ। ਤੇ ਜਦੋਂ ਪਦ ਅਰਥਾਂ ਨੂੰ ਵੀ ਜਾਣ ਲਵੇ ਜਿਹੜਾ ਜਗਿਆਸੂ ਵਿਦਿਆਰਥੀ, ਫਿਰ ਉਹਦੇ ਭਾਵ ਅਰਥ ਤੱਕ ਪਹੁੰਚ ਜਾਂਦਾ ਹੈ। ਇਸ ਲਈ ਮੈਂ ਸਭ ਤੋਂ ਪਹਿਲਾਂ ਇਹ ਸ਼ਬਦ ਦੀਆਂ ਪਵਿੱਤਰ ਪਾਵਨ ਪੰਕਤੀਆਂ ਦੇ ਸੰਖੇਪ ਦੇ ਵਿੱਚ ਪਦ ਅਰਥ ਕਰਾਂਗਾ। ਸਾਜਨ ਦੇ ਅਰਥ ਹੁੰਦੇ ਨੇ ਜੀ, ਇਹਨੂੰ ਆਪਾਂ ਪ੍ਰਚਲਿਤ ਪੰਜਾਬੀ ਦੇ ਵਿੱਚ ਇਹਨੂੰ ਸੱਜਣ ਕਹਿ ਦਿੰਦੇ ਹਾਂ। ਤੇ ਮੀਤ ਤੋਂ ਭਾਵ ਹੁੰਦਾ ਜੀ ਮਿੱਤਰ। ਇੱਥੇ ਇੱਕ ਮੈਂ ਗੱਲ ਜ਼ਰੂਰ ਆਪ ਜੀ ਨਾਲ ਸਾਂਝੀ ਕਰਨਾ ਚਾਹੁੰਦਾ, ਸਾਰੇ ਵਿਦਿਆਰਥੀਆਂ ਦੇ ਨਾਲ, ਕਿ ਸਾਜਨ ਤੋਂ ਭਾਵ ਜਦੋਂ ਆਪਾਂ ਇਹਨੂੰ ਡਿਕਸ਼ਨਰੀ ਦੇ ਮੁਤਾਬਕ, ਕੋਸ਼ ਦੇ ਮੁਤਾਬਕ, ਭਾਈ ਕਾਹਨ ਸਿੰਘ ਨਾਭਾ ਜੀ ਦੀ ਲਿਖਤ ਦੇ ਮੁਤਾਬਕ ਇਹਨੂੰ ਉਚਾਰਾਂਗੇ ਤੇ ਉੱਥੇ ਇਹਦੇ ਅਰਥ ਹੋਣਗੇ ਸੱਜਣ ਤੋਂ ਭਾਵ ਨੇਕ ਜਨ, ਨੇਕ ਵਿਅਕਤੀ, ਜਿਹੜਾ ਕਿਸੇ ਬਹੁਤ ਅੱਛੀ ਕੁਲ ਦੇ ਵਿੱਚ ਜਨਮ ਲੈ ਕੇ ਉਹਦੀ ਪਰਵਰਿਸ਼ ਹੁੰਦੀ ਆ ਤੇ ਨੇਕ ਸੁਭਾਅ ਵਾਲਾ ਹੁੰਦਾ, ਉਹਨੂੰ ਕਹਿੰਦੇ ਆ ਜੀ ਸੱਜਣ। ਗੁਰਬਾਣੀ ਦੇ ਅੰਦਰ ਕਈ ਥਾਵਾਂ ਤੇ ਇਹ ਸੱਜਣ ਸ਼ਬਦ ਵਰਤਿਆ, ਜਿਵੇਂ ਸੰਤ ਸਾਜਨ, ਇਸ ਤਰ੍ਹਾਂ ਕਰਕੇ ਭਏ ਸਰਸੇ ਪੂਰੇ ਗੁਰ ਤੇ ਜਾਣੀ, ਪਵਿੱਤਰ ਪਾਵਨ ਬਾਣੀ ਦੇ ਅੰਦਰ ਉਪਦੇਸ਼ ਆ। ਤੇ ਵੈਸੇ ਸਾਨੂੰ ਦੇਖਣ ਦੇ ਵਿੱਚ ਸੱਜਣ ਤੇ ਮਿੱਤਰ ਇੱਕੋ ਜਿਹੇ ਸ਼ਬਦ ਜਾਪਦੇ ਨੇ। ਆਪਾਂ ਕਈ ਵਾਰ ਇਹਨੂੰ ਓਪਰੀ ਨਜ਼ਰ ਨਾਲ ਦੇਖਾਂਗੇ ਤੇ ਸੱਜਣ ਵੀ ਸਾਨੂੰ ਉਸੇ ਤਰ੍ਹਾਂ ਦਾ ਜਾਪੇਗਾ ਤੇ ਆਪਾਂ ਨੂੰ ਮਿੱਤਰ ਵੀ ਉਸੇ ਤਰ੍ਹਾਂ ਦਾ
ਸ਼ਬਦ ਜਾਪੇਗਾ ਵੀ ਇਹਨਾਂ ਦੇ ਵਿੱਚ ਕੋਈ ਖਾਸ ਅੰਤਰ ਨਹੀਂ ਲੱਗਦਾ, ਪਰ ਨਹੀਂ, ਜੋ ਗੁਰੂ ਸਾਹਿਬ ਜੀ ਨੇ ਉਚਾਰਨ ਕੀਤਾ ਆ, ਇਸ ਦਾ ਕੋਈ ਮਕਸਦ ਆ। ਸੱਜਣ ਤੋਂ ਭਾਵ ਹੁੰਦਾ ਕਿ ਜਿਸ ਤਰ੍ਹਾਂ ਆਪਾਂ ਅੰਗਰੇਜ਼ੀ ਵਿੱਚ ਕਹਿ ਦਿੰਦੇ ਨਾ ਵੀ ਮੇਰੇ ਬਹੁਤੇ ਸਾਰੇ ਮਿੱਤਰ ਨੇ, ਬਹੁਤ ਸਾਰੇ ਮਿੱਤਰ ਨੇ, ਪਰ ਇੱਕ ਮੇਰਾ ਬੈਸਟ ਫਰੈਂਡ ਆ, ਜਿਸ ਨੂੰ ਆਪਾਂ, ਜਿਹਦੇ ਨਾਲ ਉਹਦੇ ਨਾਲ ਨੇੜਤਾ ਹੁੰਦੀ ਆ, ਕੋਈ ਵਰਤੋਂ ਵਿਹਾਰ ਵੱਧ ਹੁੰਦਾ ਆ, ਜਾਂ ਆਪਾਂ ਗੱਲਬਾਤ ਉਹਦੇ ਨਾਲ ਜ਼ਿਆਦਾ ਸਾਡੀ ਸਾਂਝੀ ਹੁੰਦੀ, ਤੇ ਉਹਨੂੰ ਆਪਾਂ ਬੈਸਟ ਫਰੈਂਡ, ਸਭ ਤੋਂ ਵਧੀਆ ਮਿੱਤਰ ਕਹਿ ਨੇ, ਉਸ ਨਾਲ ਸਾਡੀ ਜ਼ਿਆਦਾ ਬਣਦੀ ਹੁੰਦੀ। ਇਸ ਲਈ ਜਦੋਂ ਕਦੀ ਗੁਰਬਾਣੀ ਵਿੱਚ ਸਾਜਨ ਸ਼ਬਦ ਆਏਗਾ ਨਾ, ਇਹਦੇ ਅਰਥ ਹੁੰਦੇ ਨੇ ਨੇਕ ਬਿਰਤੀ ਵਾਲਾ, ਉੱਤਮ ਵਿਚਾਰਾਂ ਵਾਲਾ ਤੇ ਉੱਤਮ ਜੀਵਨ ਵਾਲਾ। ਹੁਣ ਇੱਥੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਜਨ ਮੀਤ ਜਿਹੜਾ ਆ, ਇਹ ਆਪਣੇ ਵਾਹਿਗੁਰੂ ਨੂੰ, ਅਕਾਲ ਪੁਰਖ ਨੂੰ ਕਿਹਾ ਕਿ ਵਾਹਿਗੁਰੂ ਜੀ, ਤੁਸੀਂ ਮੇਰੇ ਜਿਹੜੇ ਸੱਜਣ ਹੋ, ਤੁਸੀਂ ਮਿੱਤਰ ਹੋ, ਤੇ ਫਿਰ ਇਸ ਤੋਂ ਅੱਗੇ ਸਤਿਗੁਰੂ ਕਹਿੰਦੇ ਤੁਸੀਂ ਮੇਰੇ ਮਾਲਕ ਵੀ ਹੋ। ਅਰਥਾਤ ਵਾਹਿਗੁਰੂ ਭਾਈ ਸਭਨਾਂ ਦਾ ਸੁਆਮੀ ਮਾਲਕ ਹੈ, ਉਹ ਸਾਰਿਆਂ ਦਾ ਜਿਹੜਾ ਸੁਹਿਰਦਕ ਮਿੱਤਰ ਆ, ਤੇ ਸਭਨਾਂ ਦੀ ਉਹ ਨੇੜਤਾ ਕਰਨ ਵਾਲਾ ਹੈ। ਗੁਰੂ ਪਾਤਸ਼ਾਹ ਨੇ ਇੱਥੇ ਇਹ ਸਮਝਾਇਆ ਕਿ ਐ ਜੀਵ, ਤੂੰ ਐਸੇ ਵਾਹਿਗੁਰੂ ਨੂੰ, ਜਿਸ ਦੀ ਇਹ ਪਰਿਭਾਸ਼ਾ ਦੱਸੀ, ਇਹਨੂੰ ਆਪਣੇ ਨੇੜੋਂ ਤੋਂ ਅਰਥ ਹੁੰਦਾ ਜੀ ਨੇੜੇ, ਇਸ ਨੂੰ ਭਾਈ ਤੂੰ ਆਪਣੇ ਬਿਲਕੁਲ ਨੇੜੇ ਜਾਣ। ਗੁਰਬਾਣੀ ਵਿੱਚ ਇਹਨੂੰ ਨੇਰਾ, ਨੇਰੇ, ਨੇਰਾ, ਇਹਨੂੰ ਵਿਆਕਰਨ ਦੇ ਮੁਤਾਬਕ ਵੀ ਕਈ ਤਰੀਕਿਆਂ ਨਾਲ ਲਗਾ ਮਾਤਰਾ ਲਾ ਕੇ ਉਚਾਰਨ ਕੀਤਾ, ਪਰ ਇਹਦਾ ਜਿੱਥੇ ਵੀ ਇਹ ਉਚਾਰਨ ਹੋਵੇਗਾ ਨਾ, ਨੇਰੋ ਹੋਵੇ, ਨੇਰਾ ਹੋਵੇ, ਨੇਰੇ ਹੋਣ, ਨੇਰਾ ਹੋਵੇ, ਜਿਵੇਂ ਕਿ ਨੇੜਾ ਕੇ ਦੂਰ, ਚਾਹੇ ਇਹ ਰਾੜੇ ਨਾ ਸ਼ਬਦ ਹੋਵੇ ਨੇਰੇ, ਤੇ ਚਾਹੇ ਇਹ ਹੋਵੇ ਰਾੜੇ ਸ਼ਬਦ ਦੇ ਨਾਲ, ਇਹਦੇ ਅਰਥਾਂ ਵਿੱਚ ਕੋਈ ਫਰਕ ਨਹੀਂ ਪਵੇਗਾ। ਇਹਦੇ ਅਰਥ ਉਹੀ ਹੋਣਗੇ, ਸਮੀਪਤਾ, ਨਜ਼ਦੀਕ, ਨੇੜੇ, ਜਾਂ ਜਿਹਨੂੰ ਆਪਾਂ ਕਹਿ ਦਿੰਦੇ ਲਾਗੇ। ਸਾਨੂੰ ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਇੱਥੇ ਉਪਦੇਸ਼ ਦਿੰਦੇ ਨੇ। ਦੇਖੋ, ਇੱਕ ਆਪਾਂ ਮੋਟੀਵੇਸ਼ਨ, ਜਿਵੇਂ ਚਲੋ ਦਾਸ ਦੀ ਡਿਊਟੀ ਲਾਈ ਆ ਸੰਸਥਾ ਵੱਲੋਂ, ਜਿਵੇਂ ਮੈਂ ਆਪਣੇ ਹੁਣ ਸ਼ਬਦਾਂ ਦੇ ਰਾਹੀਂ, ਵਿਚਾਰਾਂ ਦੇ ਰਾਹੀਂ ਸਮੂਹ ਵਿਦਿਆਰਥੀਆਂ ਨੂੰ ਮੋਟੀਵੇਸ਼ਨ ਕਰਾਂਗਾ, ਜਿੰਨੀ ਕਿ ਮੈਨੂੰ ਸੋਝੀ ਆ, ਜੋ ਮੈਂ ਹੁਣ ਤੱਕ ਪ੍ਰਾਪਤੀ ਮੈਨੂੰ ਗਿਆਨ ਦੀ। ਪਰ ਜਿਹੜੇ ਸਭਨਾਂ ਦੇ ਮੋਟੀਵੇਸ਼ਨ ਕਰਨ ਵਾਲੇ ਆ ਨਾ, ਉਹ ਸਾਡੇ ਸਤਿਗੁਰੂ ਨੇ। ਉਹ ਸਾਡੀ ਸ਼ਬਦ ਗੁਰੂ, ਗੁਰਬਾਣੀ ਆ, ਬਾਣੀ ਆ। ਜਦੋਂ ਆਪਾਂ ਇਹਨੂੰ ਬਾਣੀ ਨੂੰ ਆਧਾਰ ਬਣਾਵਾਂਗੇ ਤਾਂ ਫਿਰ ਇੱਥੇ ਕਹਿਣ ਵਾਲੇ ਵੀ ਨੂੰ ਵੀ ਗੁਰੂ ਜੀ ਮੋਟੀਵੇਸ਼ਨ ਕਰਦੇ ਨੇ, ਤੇ ਸੁਣਨ ਵਾਲਿਆਂ ਨੂੰ ਵੀ, ਵਕਤੇ ਨੂੰ ਵੀ, ਤੇ ਜਿਹੜੇ ਸਰੋਤੇ ਨੇ ਸਾਰਿਆਂ ਨੂੰ ਫਿਰ ਸਤਿਗੁਰੂ ਪਾਤਸ਼ਾਹ ਜੀ ਆਪਣੀ ਬਾਣੀ ਦੇ ਰਾਹੀਂ ਉਪਦੇਸ਼ ਦਿੰਦੇ ਨੇ, ਸਤਿਗੁਰੂ ਜੀ ਮਿਹਰ ਕਰਦੇ ਨੇ। ਇਸ ਲਈ ਜਿਹੜਾ ਸਤਿਗੁਰੂ ਹੈ ਨਾ, ਉਹ ਸਾਰਿਆਂ ਨੂੰ ਉਪਦੇਸ਼ ਚੋਂ ਵਰਨਾ ਕੋ ਸਾਂਝਾ। ਸੋ ਇੱਥੇ ਗੁਰੂ ਪਾਤਸ਼ਾਹ ਨੇ ਉਪਦੇਸ਼ ਦਿੱਤਾ ਕਿ ਭਾਈ ਐਸਾ ਜਿਹੜਾ ਵਾਹਿਗੁਰੂ ਹੈ ਨਾ, ਇਹਨੂੰ ਤੂੰ ਵੀ ਆਪਣੇ ਨੇੜੇ ਜਾਣਾ। ਜਿਵੇਂ ਰਾਗ ਸੋਰਠ ਦੇ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ 612 ਅੰਗ ਤੇ ਇੱਕ ਸ਼ਬਦ ਆ, ਉੱਥੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਵੀ ਮੈਂ, ਹੇ ਵਾਹਿਗੁਰੂ, ਤੂੰ ਤੇ ਦੀਨ ਦਿਆਲ ਕਿਰਪਾਲ ਸੁਖ ਸਾਗਰ, ਦੀਨ ਦਿਆਲ ਕਿਰਪਾਲ ਸੁਖ ਸਾਗਰ, ਸਗਲ ਘਟਾਂ ਭਰਪੂਰੀ ਰੇ, ਪੇਖਤ ਸੁਨਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਰੇ। ਇਹ ਵਾਹਿਗੁਰੂ ਜੀ, ਤੁਸੀਂ ਤੇ ਐਸੇ ਹੋ, ਤੁਸੀਂ ਦੀਨਾਂ ਤੇ ਦਇਆ ਕਰਨ ਵਾਲੇ ਹੋ, ਦਿਆਲੂ ਤੇ ਕਿਰਪਾਲੂ ਹੋ, ਤੇ ਹੇ ਵਾਹਿਗੁਰੂ, ਮੈਂ ਪਰ ਤੁਹਾਨੂੰ ਹਮੇਸ਼ਾ ਹੀ ਆਪਣੇ ਤੋਂ ਦੂਰ ਜਾਣਿਆ ਵਾ। ਵੈਸੇ ਗੁਰੂ ਨਾਨਕ ਸਾਹਿਬ ਜੀ ਨੇ ਇਸ ਸੱਚ ਨੂੰ ਵੀ ਵਰਣਨ ਕੀਤਾ, ਗਾਵੇ ਕੋ ਵੇਖੇ ਹਾਦਰਾ ਹਦੂਰ। ਜਦੋਂ ਆਪਾਂ ਜਪਜੀ ਸਾਹਿਬ ਜੀ ਦੀ ਵਿਦਿਆਰਥੀਓ ਤੀਜੀ ਪੌੜੀ ਆਪਾਂ ਪੜ੍ਹਦੇ ਹਾਂ ਨਾ, ਗਾਵੇ ਕੋ ਤਾਣ ਹੋਵੇ ਕਿਸਾ ਤਾਣ, ਤੁਹਾਨੂੰ ਜਿੰਨੇ ਆਪਣਾ ਤੁਹਾਡੇ ਉਸਤਾਦ ਨੇ, ਟੀਚਰ ਨੇ, ਉਹ ਬਹੁਤ ਮਿਹਨਤ ਤੁਹਾਡੇ ਤੇ ਕਰਦੇ ਨੇ,
ਗੁਰਬਾਣੀ ਉਹ ਬੜੇ ਪ੍ਰੇਮ ਨਾਲ ਤੁਹਾਨੂੰ ਪੜ੍ਹਾਉਂਦੇ ਨੇ। ਇਸੇ ਲਈ ਆ 2 ਦਿਨ ਤੋਂ ਮੈਂ ਦੇਖ ਰਿਹਾ ਸੀ ਜਿਸ ਤਰ੍ਹਾਂ ਇਹ ਸਾਰਾ ਆਪ ਜੀ ਦਾ ਪ੍ਰੋਗਰਾਮ ਮਲਟੀਵਰਸਿਟੀ ਦਾ, ਉਹਦੇ ਵਿੱਚ ਬੱਚੇ ਬਹੁਤ ਸੁੰਦਰ ਜਵਾਬ ਦਿੰਦੇ ਨੇ। ਬਹੁਤ ਨੌਲੇਜ ਆ ਗੁਰ ਇਤਿਹਾਸ ਦੀ, ਸਿੱਖ ਇਤਿਹਾਸ ਦੀ, ਗੁਰਬਾਣੀ ਦੀ। ਤੇ ਆਖਰ ਉਹਨਾਂ ਜਿਹੜੇ ਟੀਚਰਜ਼ ਨੇ ਉਹਨਾਂ ਦੀ ਇਹ ਮਿਹਨਤ ਆ ਇੱਥੋਂ ਤੱਕ ਤੁਹਾਨੂੰ ਪਹੁੰਚਾਉਣਾ। ਤੇ ਇਸ ਲਈ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਵੀ ਉਪਦੇਸ਼ ਦਿੱਤਾ ਵੀ ਵੱਖ ਵੱਖ ਸਾਡੀਆਂ ਬਿਰਤੀਆਂ ਵਰਨ ਕੀਤੀਆਂ ਨੇ ਕਿ ਗਾਵੇ ਕੋ ਤਾਣ ਹੋਵੇ ਕਿਸੈ ਤਾਣ, ਗਾਵੇ ਕੋ ਦਾਤ ਜਾਣੇ ਨਿਸ਼ਾਨ, ਗਾਵੇ ਕੋ ਗੁਣ ਵਡਿਆਈਆਂ ਚਾਰ, ਗਾਵੇ ਕੋ ਵਿਦਿਆ ਵਿਖਮ ਚਾਰ। ਤੇ ਇੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਕਿ ਇਹ ਵਾਕਿਆ ਹੀ ਕੋਈ ਉਹਨੂੰ ਨੇੜੇ ਸਮਝਦਾ ਵਾਹਿਗੁਰੂ ਨੂੰ ਤੇ ਕੋਈ ਵਾਹਿਗੁਰੂ ਨੂੰ ਦੂਰ ਸਮਝਦਾ। ਇੱਥੇ ਸਤਿਗੁਰੂ ਜੀ ਨੇ ਪਰ ਵਿਸ਼ੇਸ਼ ਤੌਰ ਤੇ ਉਪਦੇਸ਼ ਦਿੱਤਾ ਕਿ ਇਹ ਭਾਈ ਤੂੰ ਜਿਹੜਾ ਸਾਜਨ ਵਾਹਿਗੁਰੂ ਆ ਨਾ ਸੁਆਮੀ, ਉਸ ਨੂੰ ਤੂੰ ਬਿਲਕੁਲ ਆਪਣੇ ਨੇੜੇ ਜਾਣਾ। ਸਾਜਨ ਮੀਤ ਸੁਆਮੀ ਨੇਰੋ, ਪੇਖਤ ਸੁਨਤ ਸਭਨ ਕੈ ਸੰਗੇ। ਸੋ ਇੱਕ ਤੇ ਆ ਪਹਿਲਾ ਉਪਦੇਸ਼ ਹੈ ਦੇ ਸ਼ਬਦ ਦੇ ਵਿੱਚ ਜਿਹੜਾ ਸਾਨੂੰ ਸਾਰਿਆਂ ਨੂੰ ਇਹ ਸਤਿਗੁਰੂ ਦੀ ਮੋਟੀਵੇਸ਼ਨ ਕਰ ਰਹੇ ਨੇ, ਸਿੱਖਿਆ ਦੇ ਰਹੇ ਨੇ ਕਿ ਵਾਹਿਗੁਰੂ ਨੂੰ ਨੇੜੇ ਜਾਣੋ। ਭਗਤ ਰਵਿਦਾਸ ਸਾਹਿਬ ਜੀ ਨੇ ਆਪਣੀ ਪਵਿੱਤਰ ਪਾਵਨ ਬਾਣੀ ਦੇ ਅੰਦਰ ਸਾਨੂੰ ਰੱਬ ਦੇ ਪਰਥਾਏ ਜੋੜਦਿਆਂ ਇੱਕ ਉਪਦੇਸ਼ ਦਿੱਤਾ ਆ ਕਿ ਵਾਹਿਗੁਰੂ ਸਾਡੇ ਜੀਵਾਂ ਦੇ ਕਿੰਨਾ ਨਜ਼ਦੀਕ ਆ। बेटी थोड़ा जा ऊंची बोलना प्लीज, बच्चियां दे मैसेज आ रहे कि आवाज घट आ रही है। ਉੱਥੇ ਭਗਤ ਰਵਿਦਾਸ ਜੀ ਨੇ ਉਪਦੇਸ਼ ਬਖਸ਼ ਕੀਤਾ ਹੈ ਕਿ ਕਹੋ ਰਵਿਦਾਸ ਹਾਥ ਪੈ ਨੇਰੇ। ਭਗਤ ਰਵਿਦਾਸ ਜੀ ਵੀ ਸਾਨੂੰ ਉੱਥੇ ਉਪਦੇਸ਼ ਦਿੰਦੇ ਨੇ ਕਿ ਮਨੁੱਖ ਦੇ ਜਿੰਨੇ ਵੀ ਸਾਡੇ ਸਰੀਰ ਦੇ ਪਾਰਟਸ ਨੇ, ਜਿਵੇਂ ਸਾਡੇ ਹੱਥ ਨੇ, ਪੈਰ ਨੇ, ਜਾਂ ਉੱਪਰ ਸਿਰ ਆ, ਸਾਰਾ ਸਮੁੱਚਾ ਸਰੀਰ ਆ, ਇਹ ਜਿੰਨੇ ਵੀ ਸਾਡੇ ਅੰਗ ਨੇ ਨਾ, ਇਹਨਾਂ ਦੇ ਵਿੱਚੋਂ ਸਭ ਤੋਂ ਸਾਡਾ ਨਜ਼ਦੀਕ ਅੰਗ ਆ ਜੀ ਹੱਥ। ਕਹਿ ਰਵਿਦਾਸ ਹਾਥ ਪੈ ਨੇਰੇ ਸਹਿਜੇ ਹੋਏ ਸੋ ਹੋਈ। ਭਗਤ ਰਵਿਦਾਸ ਜੀ ਕਹਿੰਦੇ ਵੀ ਸਭ ਤੋਂ ਨੇੜੇ ਮਨੁੱਖ ਦੇ ਕੀ ਆ ਜੀ? ਹੱਥ। ਪਰ ਭਗਤ ਜੀ ਦਾ ਪਵਿੱਤਰ ਉਪਦੇਸ਼ ਹੈ ਵੀ ਰੱਬ ਜਿਹੜਾ ਆ ਉਹ ਸਾਡੇ ਹੱਥਾਂ ਤੋਂ ਵੀ ਨਜ਼ਦੀਕ ਆ। ਰੱਬ ਕੀ ਆ? ਸਾਡੇ ਹੱਥਾਂ ਤੋਂ ਵੀ ਸਾਡੇ ਉਹ ਨਜ਼ਦੀਕ ਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੀ ਪਵਿੱਤਰ ਪਾਵਨ ਬਾਣੀ ਦਸਮ ਗ੍ਰੰਥ ਦੇ ਅੰਦਰ ਇਸ ਤਰ੍ਹਾਂ ਦੀ ਇੱਕ ਉਦਾਹਰਨ ਦਿੱਤੀ ਆ, ਜਿਸ ਵਿੱਚ ਉਹ ਸਮਝਾਉਂਦੇ ਨੇ ਕਿ ਦੇਖੋ ਰੱਬ ਕਿੰਨਾ ਨਜ਼ਦੀਕ ਆ। ਸਤਿਗੁਰੂ ਪਾਤਸ਼ਾਹ ਕਹਿੰਦੇ ਹਾਥੀ ਇੱਕ ਬਹੁਤ ਵਿਸ਼ਾਲ ਜਿਹੜਾ ਆ ਜਾਨਵਰਾਂ ਦੇ ਵਿੱਚੋਂ ਵੱਡਾ ਜਾਨਵਰ ਹੈ, ਤੇ ਉਹ ਜਦੋਂ ਆਵਾਜ਼ ਦਿੰਦਾ ਜੰਗਲ ਦੇ ਵਿੱਚ, ਉਹਦੀ ਬਹੁਤ ਦੂਰ ਦਰਾਡੇ ਤੱਕ ਆਵਾਜ਼ ਚਲੀ ਜਾਂਦੀ ਆ ਜੀ। ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਹਾਥੀ ਇਹਨਾਂ ਜਦੋਂ ਝੰਗਾਰਦਾ, ਉੱਚੀ ਆਵਾਜ਼ ਦਿੰਦਾ, ਬਹੁਤ ਦੂਰ ਤੱਕ ਉਹਦੀ ਆਵਾਜ਼ ਦਿੰਦੀ ਆ। ਪਰ ਜਦੋਂ ਉਹ ਕਹਿੰਦੇ ਆ ਕਿ ਇੱਕ ਛੋਟੀ ਜਿਹੀ ਕੀੜੀ ਆ, ਪਰ ਜਦੋਂ ਰੱਬ ਨੂੰ ਹਾਥੀ ਦੀ ਥਾਂ ਇੱਕ ਕੀੜੀ ਪੁਕਾਰੇ ਤੇ ਰੱਬ ਦਾ ਜਿਹੜਾ ਘਰ ਆ, ਰੱਬ ਦੇ ਸੰਬੰਧ ਵਿੱਚ ਸਤਿਗੁਰੂ ਪਾਤਸ਼ਾਹ ਕਹਿੰਦੇ ਉਹ ਪਤਾ ਕਿੰਨਾ ਨੇੜੇ ਆ। ਜੇ ਕਦੀ ਕੀੜੀ ਉਹਨੂੰ ਪ੍ਰੇਮ ਦੇ ਨਾਲ, ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋਂ ਨਾ ਵਿਸਰੇ। ਜੇ ਕੀੜੀ ਦੀ ਤਰ੍ਹਾਂ ਨਿਮਰਤਾ ਦੇ ਨਾਲ, ਪ੍ਰੇਮ ਦੇ ਨਾਲ ਮਨੁੱਖ ਰੱਬ ਨੂੰ ਯਾਦ ਕਰੇਗਾ ਤੇ ਫਿਰ ਉਹ ਹਾਥੀ ਤੋਂ ਵੀ ਪਹਿਲਾਂ ਵਾਹਿਗੁਰੂ ਸੱਚੇ ਪਾਤਸ਼ਾਹ ਉਸਦੀ ਆਵਾਜ਼ ਨੂੰ ਸਵੀਕਾਰ ਕਰ ਲੈਂਦੇ ਨੇ। ਸਤਿਗੁਰੂ ਪਾਤਸ਼ਾਹ ਜੀ ਦੇ ਅੰਮ੍ਰਿਤ ਬੋਲ ਨੇ ਕਿ ਹਾਥੀ ਕੀ ਚੰਗਾਰ ਪਲ ਪਾਛੇ ਪਹੁੰਚਤ ਤਾਹੇ, ਕੀਟੀ ਕੀ ਚੰਗਾਰ ਤੋਂ ਪਹਿਲੇ ਹੀ ਪਹੁੰਚੀਅਤ ਹੈ। ਇਹ ਸਤਿਗੁਰੂ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਆ, ਦਸਮ ਪਾਤਸ਼ਾਹ ਜੀ ਦੀ, ਕਿ ਭਾਈ ਹਾਥੀ ਦੀ ਬਹੁਤ ਵੱਡੀ ਆਵਾਜ਼ ਵੀ ਰੱਬ ਦੇ ਕੋਲੋਂ ਪਿੱਛੇ ਬਾਅਦ ਵਿੱਚ ਜਾ ਸਕਦੀ ਹੈ, ਪਰ ਜਦੋਂ ਕੋਈ ਪ੍ਰੇਮ ਦੇ ਨਾਲ, ਅਦਬ ਸਤਿਕਾਰ ਦੇ ਨਾਲ ਵਾਹਿਗੁਰੂ ਨੂੰ ਯਾਦ ਕਰਦਾ ਤੇ ਉਸ ਦੀ ਆਵਾਜ਼ ਵਾਹਿਗੁਰੂ ਦੇ ਕੋਲ ਬਿਲਕੁਲ ਜਲਦੀ ਚਲੀ ਜਾਂਦੀ ਹੈ।
ਇਸ ਲਈ ਸਤਿਗੁਰੂ ਪਾਤਸ਼ਾਹ ਪਹਿਲੀ ਪੰਕਤੀ ਵਿੱਚ ਤੇ ਸਮਝਾ ਰਹੇ ਨੇ ਕਿ ਉਸ ਨੂੰ ਭਾਈ ਵਾਹਿਗੁਰੂ ਨੂੰ ਬਿਲਕੁਲ ਨਜ਼ਦੀਕ ਜਾਣ। ਤੇ ਫਿਰ ਇੱਥੇ ਇੱਕ ਇਹ ਜ਼ਿਕਰ ਕੀਤਾ ਕਿ ਪੇਖਤ ਸੁਨਤ ਸਭਨ ਕੈ ਸੰਗੇ। ਹੁਣ ਦੇਖੋ ਜੀ, ਇਹਨੂੰ ਧਿਆਨ ਨਾਲ ਆਪਾਂ ਸਰਵਣ ਕਰਨਾ। ਵਾਹਿਗੁਰੂ ਜਿਹੜਾ ਹੈ ਨਾ, ਜੇ ਆਪਾਂ ਸ਼ਬਦ ਗੁਰੂ ਦੀ ਗੱਲ ਕਰੀਏ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਤੇ ਬਾਣੀ ਦੇ ਹਵਾਲਿਆਂ ਦੇ ਮੁਤਾਬਕ ਆਪਾਂ ਇਹ ਜਾਣ ਲਵਾਂਗੇ। ਜੇ ਬਾਣੀ ਦੇ ਸਹਿਜ ਪਾਠ ਰੱਖ ਕੇ ਬਾਣੀ ਪੜ੍ਹਾਂਗੇ ਤੇ ਪੜ੍ਹਦਿਆਂ ਇੱਕ ਦਿਨ ਸਾਡੇ ਅੱਗੇ ਉਹ ਪਵਿੱਤਰ ਪੰਕਤੀਆਂ ਆਉਣਗੀਆਂ ਜਿਨ੍ਹਾਂ ਦੇ ਵਿੱਚ ਇਹ ਜ਼ਿਕਰ ਹੋਵੇਗਾ ਕਿ ਸੱਧ ਸੁਣਦਾ, ਸੱਧ ਵੇਖਦਾ, ਸੱਧ ਹੀ ਰਿਹਾ ਭਰਪੂਰ। ਵਾਹਿਗੁਰੂ ਪਿਆਰੇ ਵਿਦਿਆਰਥੀਓ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਆਪਾਂ ਗੱਲ ਕਰੀਏ, ਇਹ ਹਮੇਸ਼ਾ ਸਾਡੀ ਅਰਦਾਸ ਨੂੰ ਸੁਣਦਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇਹ ਸਾਨੂੰ ਦੇਖਦੇ ਨੇ। ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਦਰਬਾਰ ਵਿੱਚ ਮੱਥਾ ਟੇਕਦੇ ਆ ਨਾ, ਤੇ ਭੁੱਲ ਕੇ ਵੀ ਕਦੀ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਕੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਡੀ ਅਰਦਾਸ ਸੁਣ ਰਹੇ ਹੋਣਗੇ, ਕੀ ਸਾਨੂੰ ਇਹ ਦੇਖ ਰਹੇ ਨੇ। ਉੱਥੇ ਇੱਕ ਇੱਕ ਕੀਤੀ ਸਾਡੀ ਐਕਟੀਵਿਟੀ, ਜਿਹੜੀ ਹਰਕਤ ਆ ਨਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਹਮਣੇ। ਵੈਸੇ ਤੇ ਵਾਹਿਗੁਰੂ ਹਰ ਥਾਂ ਹੀ ਸਾਨੂੰ ਦੇਖਦਾ ਆ, ਜਿੱਥੇ ਵੀ ਆਪਾਂ ਜੋ ਕਰਮ ਕਰਦੇ, ਪਰ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੱਲ ਕਰਾਂਗੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵੀ ਦੇਖਦੇ ਨੇ। ਕਿਉਂਕਿ ਗੁਰੂ ਜਿਹੜਾ ਆ ਨਾ, ਜਿਹੜਾ ਸਰੀਰ ਰੂਪ ਦੇ ਵਿੱਚ ਆਪਾਂ ਜਦੋਂ ਗੁਰੂ ਦੀ ਗੱਲ ਕਰਾਂਗੇ, ਗੁਰੂ ਨਾਨਕ ਦੇਵ ਮਹਾਰਾਜ ਤੇ ਤੀਜੇ ਗੁਰੂ ਅਮਰਦਾਸ ਜੀ ਦੇ ਅੰਮ੍ਰਿਤ ਬੋਲਨੇ ਕਿ ਜਿਹੜਾ ਸਤਿਗੁਰੂ ਹੈ ਨਾ, ਉਹ ਬਾਣੀ ਦੇ ਵਿੱਚ ਉਹ ਸ਼ਬਦ ਦੇ ਰਾਹੀਂ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਸੇ ਪੂਰੇ ਗੁਰ ਤੇ ਜਾਣੀ, ਸੁਣ ਤੇ ਪਨੀਤ ਕਹਿ ਤੇ ਪਵਿੱਤ ਸਤਿਗੁਰ ਰਹੇ ਆ ਭਰਪੂਰੇ। ਦੇਖੋ, ਇੱਕ ਤੇ ਇੱਥੇ ਬਾਣੀ ਗੁਰੂ ਦੀ ਵਡਿਆਈ ਆ, ਤੇ ਫਿਰ ਗੁਰੂ ਅਮਰਦਾਸ ਜੀ ਕਹਿੰਦੇ ਸਤਿਗੁਰ ਰਿਹਾ ਭਰਪੂਰੇ। ਸਤਿਗੁਰੂ ਦੀ ਕੀ ਵਡਿਆਈ ਆ ਵੱਡੀ ਜੀ। ਸਤਿਗੁਰੂ ਨੇ ਬਾਣੀ ਉਹਨਾਂ ਦੇ ਰਾਹੀਂ ਆਈ, ਧੁਰਕੀ ਬਾਣੀ ਉਚਾਰਨ ਕੀਤੀ, ਤੇ ਫਿਰ ਉਹ ਬਾਣੀ ਦੇ ਵਿੱਚ ਹੀ ਜਿਹੜੇ ਸਮਾ ਗਏ, ਬਾਣੀ ਦੇ ਵਿੱਚ ਹੀ ਉਹ ਭਰਪੂਰ ਨੇ। ਇਸ ਲਈ ਵਾਹਿਗੁਰੂ ਜਦੋਂ ਬਾਣੀ ਦੇ ਵਿੱਚ ਭਰਪੂਰ ਆ, ਬਾਣੀ ਦੇ ਵਿੱਚ ਸੁਭਾਏਮਾਨ ਆ, ਤੇ ਆਪਾਂ ਨਿਰਸੰਦੇਹ ਇਹ ਗੱਲ ਕਰਾਂਗੇ ਕਿ ਵਾਕਿਆ ਹੀ ਸਤਿਗੁਰੂ ਫਿਰ ਸਾਨੂੰ ਦੇਖਦਾ, ਸਤਿਗੁਰੂ ਸਾਡੀ ਸੁਣਦਾ ਆ। ਬਾਣੀ ਦੇ ਅੰਦਰ ਆਪਾਂ ਹੋਰ ਥੋੜ੍ਹਾ ਜਿਹਾ ਆਪਾਂ ਇੱਕ ਪੰਕਤੀ ਮੈਂ ਉਚਾਰਨ ਕਰਨ ਲੱਗਾ, ਸ਼ਾਇਦ 1247 ਅੰਗ ਤੇ ਆ, ਉਸ ਅੰਦਰ ਵੀ ਇਹ ਪਵਿੱਤਰ ਉਪਦੇਸ਼ ਆ ਕਿ ਸਤਿਗੁਰੂ ਪਾਤਸ਼ਾਹ ਨੇ ਜੀਮ ਦਾ ਪੁਰਖ ਹਰ ਧਿਆਇਆ ਅਮਰਾ ਪਦ ਹੋਈ। ਸਤਿਗੁਰੂ ਪਾਤਸ਼ਾਹ ਜੀ ਨੇ ਜਿਹੜੀ ਬੰਦਗੀ ਕੀਤੀ, 10 ਗੁਰੂਆਂ ਨੇ ਜਿਨ੍ਹਾਂ ਦੀ ਅਰਾਧਨਾ ਕੀਤੀ, ਉਹ ਜੀਮ ਦੇ ਪੁਰਖ ਦੀ ਕੀਤੀ ਆ। ਤੇ ਜੀਮ ਦਾ ਪੁਰਖ ਕੌਣ ਆ? ਵਾਹਿਗੁਰੂ ਅਕਾਲ ਪੁਰਖ, ਜਿਹਨੂੰ ਆਪਾਂ ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਸੱਚ ਦੇ ਅਰਥ ਵੀ ਉੱਥੇ ਇਹੀ ਨੇ, ਜਿਉਂਦਾ ਭਾਵ ਜਿਹੜਾ ਹਮੇਸ਼ਾ ਆ, ਕਾਇਮ ਦਾਇਮ ਆ, ਉਸੇ ਨੂੰ ਗੁਰਬਾਣੀ ਵਿੱਚ ਜੀਮ ਦਾ ਪੁਰਖ ਕਿਹਾ, ਤੇ ਉਸੇ ਨੂੰ ਜਪ ਤੋਂ ਉਪਰੰਤ 4 ਵਾਰੀ ਸੱਚ ਜਿਹੜਾ ਸ਼ਬਦ ਕਹਿ ਕੇ ਉਚਾਰਨ ਕੀਤਾ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਬਖਸ਼ ਕੀਤਾ ਬਾਣੀ ਦੇ ਅੰਦਰ ਸਾਡੇ ਇੱਕ ਇੱਕ ਪਾਰਟਸ ਨੂੰ, ਜਿਵੇਂ ਅੱਖਾਂ ਨੂੰ ਉਪਦੇਸ਼ ਦਿੱਤਾ, ਫਿਰ ਕੰਨਾਂ ਨੂੰ ਉਪਦੇਸ਼ ਦਿੱਤਾ, ਰਸਨਾ ਨੂੰ ਉਪਦੇਸ਼ ਦਿੱਤਾ ਕਿ ਭਾਈ ਇਹਨਾਂ ਦੇ ਨਾਲ ਉਸ ਵਾਹਿਗੁਰੂ ਨੂੰ ਪੇਖਤ ਸੁਨਤ ਸਭਨ ਕੈ ਸੰਗੇ। ਇੱਕ ਤੇ ਇੱਥੇ ਬੇਨਤੀ ਕਰਨ ਲੱਗਾ ਵੀ ਇੱਕ ਤੇ ਵਾਹਿਗੁਰੂ ਸਾਨੂੰ ਦੇਖਦਾ, ਸੁਣਦਾ, ਉਹ ਸਾਡੀ ਹਰ ਗੱਲ ਨੂੰ, ਸਾਡੇ ਕੀਤੇ ਕਰਮਾਂ ਨੂੰ, ਅਸੀਂ ਕਿਹੋ ਜਿਹੇ ਕਰਮ ਕਰ ਰਹੇ ਹਾਂ ਉਹਨਾਂ ਨੂੰ ਸਦਾ ਹੈ ਸੰਗੇ ਦੇਖਦਾ। ਤੇ ਫਿਰ ਜੋ ਅਸੀਂ ਅਰਦਾਸ ਕਰਦੇ ਹਾਂ ਨਾ, ਜਾਂ ਜਿਸ ਤਰ੍ਹਾਂ ਦੇ ਵੀ ਅਸੀਂ ਮਾੜੇ ਜਾਂ ਅਪ ਸ਼ਬਦ ਜਾਂ ਭੈੜੇ ਸ਼ਬਦ, ਫਿੱਕੇ ਸ਼ਬਦ ਬੋਲਦੇ ਹਾਂ, ਵਾਹਿਗੁਰੂ ਸਭ ਇਹ
ਸੁਣਦਾ ਸਾਡੀ ਚੰਗੀ ਮੰਦੀ ਜਿਹੜੀ ਗੱਲ ਆ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਗੁਰੂ ਅਮਰਦਾਸ ਜੀ ਨੇ ਉਪਦੇਸ਼ ਦਿੱਤਾ ਕਿ ਭਾਈ ਤੂੰ ਇਸ ਤਰ੍ਹਾਂ ਕਰਿਆ ਕਰ ਵੀ ਤੂੰ ਇਹਨਾਂ ਕੰਨਾਂ ਦੇ ਨਾਲ, ਜਿਹੜਾ ਨਾ ਕੰਨ ਤੈਨੂੰ ਰੱਬ ਨੇ ਦਿੱਤੇ ਆ, ਤੂੰ ਇਹਨਾਂ ਦੇ ਨਾਲ ਸੁਣ ਸੁਭ। ਤੂੰ ਸਤਸੰਗ ਵਿੱਚ ਜਾ ਕੇ ਬਾਣੀ ਸੁਣ। ਸਤਸੰਗ ਦੇ ਰਾਹੀਂ ਤੂੰ ਜਦੋਂ ਆਪਾਂ ਰੱਬ ਨੂੰ ਸਾਜਨ ਮੀਤ ਸੁਆਮੀ ਮੰਨ ਲਾਂਗੇ, ਆਪਣੇ ਉਹਨੂੰ ਵਾਹਿਗੁਰੂ ਨੂੰ ਨੇੜੇ ਮੰਨ ਲਵਾਂਗੇ, ਤੇ ਫੇਰ ਹੋ ਹੀ ਨਹੀਂ ਸਕਦਾ ਵੀ ਆਪਾਂ ਇਹਨਾਂ ਕੰਨਾਂ ਦੇ ਨਾਲ ਕਿਸੇ ਦੇ ਕੋਲੋਂ ਨਿੰਦਿਆ ਸੁਣੀਏ। ਇਹਨਾਂ ਆਪਾਂ ਕੰਨਾਂ ਦੇ ਨਾਲ ਜਿਹੜੇ ਲੱਚਰ ਗੀਤ ਆਪਣਾ ਗਾਣੇ ਨੇ ਜਾਂ ਫਿਲਮੀ ਗੀਤ, ਉਹਨਾਂ ਨੂੰ ਆਪਾਂ ਸੁਣੀਏ। ਫੇਰ ਗੁਰੂ ਅਮਰਦਾਸ ਜੀ ਦਾ ਸਾਨੂੰ ਉਪਦੇਸ਼ ਇਹ ਹਮੇਸ਼ਾ ਹੀ ਯਾਦ ਰਹੇਗਾ ਕਿ ਇਹ ਨੇਤਰੋ ਮੇਰਿਓ ਹਰ ਤੁਮੇ ਜੋਤ ਧਰੀ। ਇਹ ਨੇਤਰੋ ਮੇਰਿਓ ਹਰ ਤੁਮੇ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਤੁਹਾਨੂੰ ਗੁਰੂ ਅਮਰਦਾਸ ਜੀ ਦੇ ਫਿਰ ਸ਼ਬਦ ਸਾਨੂੰ ਇਹ ਹਮੇਸ਼ਾ ਹੀ ਯਾਦ ਰਹਿਣਗੇ, ਕਿਉਂਕਿ ਸਾਨੂੰ ਪਤਾ ਜਦੋਂ ਲੱਗ ਜਾਏਗਾ ਵੀ ਵਾਹਿਗੁਰੂ ਜਿਹੜਾ ਆ ਉਹ ਦੇਖਦਾ ਆ, ਆਪਾਂ ਫਿਰ ਇਹਨਾਂ ਨੇਤਰਾਂ ਦੇ ਕਦੀ ਵੀ ਗਲਤ ਇਸਤੇਮਾਲ ਨਹੀਂ ਕਰਾਂਗੇ। ਇਹਨਾਂ ਨਾਲ ਵਾਹਿਗੁਰੂ ਦਾ ਸਾਰਾ ਰੂਪ ਦੇਖਾਂਗੇ ਤੇ ਕੰਨਾਂ ਦਾ ਵੀ ਸਦ ਪ੍ਰਯੋਗ ਕਰਾਂਗੇ। ਦੇਖਤ ਸੁਨਤ ਸਦਾ ਹੈ ਸੰਗੇ। ਹੁਣ ਇੱਥੇ ਫਿਰ ਆਪਾਂ ਧਿਆਨ ਦੇਣਾ ਵੀ ਵਾਹਿਗੁਰੂ ਜਿਹੜਾ ਆ ਨਾ ਸਾਡੇ ਹਮੇਸ਼ਾ ਅੰਗ ਸੰਗ ਆ। ਜਾਪ ਸਾਹਿਬ ਦੀ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ, ਉੱਥੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਪਦੇਸ਼ ਹੈ, ਸਦਾ ਅੰਗ ਸੰਗੇ ਅਭੰਗੰ ਬੇਪੂਕੇ। ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਇੜਾ ਮੇਰਾ ਸਾਜਨੜਾ। ਸਤਿਗੁਰੂ ਪਾਤਸ਼ਾਹ ਜੀ ਬਾਣੀ ਦੇ ਅੰਦਰ ਆਪਣੇ ਵਾਹਿਗੁਰੂ ਨੂੰ ਸੱਜਣ ਨੂੰ ਕਹਿੰਦੇ ਕਿ ਭਾਈ ਉਹ ਬਿਲਕੁਲ ਮੇਰੇ ਨਿਕਟ, ਮੇਰੇ ਸਾਹਮਣੇ ਖੜਾ ਆ। ਪਰ ਨਾਲ ਹੀ ਉਹ ਕਹਿੰਦੇ ਨੇ ਵੀ ਗੁਰੂ ਤੋਂ ਬਿਨਾਂ ਇਹ ਸਮਝ ਨਹੀਂ ਪੈ ਸਕਦੀ। ਭਾਵੇਂ ਰੱਬ ਸਭ ਦੇ ਨਜ਼ਦੀਕ ਆ, ਰੱਬ ਸਭ ਦੇ ਨੇੜੇ ਆ, ਪਰ ਪੂਰੇ ਗੁਰੂ ਤੋਂ ਬਿਨਾਂ ਇਹ ਕਦੀ ਸੋਝੀ ਨਹੀਂ ਪੈ ਸਕਦੀ। ਤੁਹਾਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਇੱਕ ਪਵਿੱਤਰ ਸਾਖੀ ਆ। ਮੁਲਤਾਨ ਦੇ ਅੰਦਰ ਸਤਿਗੁਰੂ ਪਾਤਸ਼ਾਹ ਜਦੋਂ ਤੋਲੰਬੇ ਸ਼ਹਿਰ ਦੇ ਵਿੱਚ ਜਾਂਦੇ ਨੇ, ਇਹਦਾ ਨਾਮ ਤੋਲੰਬਾ ਲਿਖਿਆ ਜੀ ਹਿਸਟਰੀ ਦੇ ਅੰਦਰ, ਤੇ ਉੱਥੇ ਜਦੋਂ ਸਤਿਗੁਰੂ ਪਾਤਸ਼ਾਹ ਉਦਾਸੀਆਂ ਦੌਰਾਨ ਭ੍ਰਮਣ ਕਰਦਿਆਂ ਤੋਲੰਬੇ ਸ਼ਹਿਰ ਦੇ ਵਿੱਚ ਪਹੁੰਚਦੇ ਨੇ, ਤੇ ਉੱਥੋਂ ਦਾ ਇੱਕ ਪ੍ਰਸਿੱਧ ਵਿਅਕਤੀ ਹੈ ਜਿਸਦਾ ਨਾਮ ਸੱਜਣ ਕਰਕੇ ਆ, ਸਾਜਨ ਮੀਤ ਸੁਆਮੀ ਨੇਰੋ। ਆਪਾਂ ਇੱਥੇ ਸੱਜਣ ਦੀ ਗੱਲ ਕਰ ਲਾਂਗੇ, ਉਹਦਾ ਨਾਮ ਹੀ ਸੱਜਣ ਸੀ, ਪਰ ਜਦੋਂ ਆਪਾਂ ਹਿਸਟਰੀ ਪੜ੍ਹਾਂਗੇ ਨਾ, ਇਹਦਾ ਨਾਮ ਇਹਦੇ ਵਿੱਚ ਆਵੇਗਾ ਜੀ ਸੱਜਣ ਠੱਗ। ਪਰ ਸਤਿਗੁਰੂ ਪਾਤਸ਼ਾਹ ਜੀ ਨੇ ਇਹਨੂੰ ਸੱਚਾ ਸੱਜਣ ਬਣਾ ਦਿੱਤਾ ਸੀ। ਹਜ਼ੂਰ ਜਦੋਂ ਇਹਦੇ ਕੋਲ ਪਹੁੰਚੇ, ਇਹਨੇ ਇੱਕ ਸਰਾਂ ਬਣਾਈ ਸੀ। ਵਿਦਿਆਰਥੀਓ, ਸਰਾਂ ਆਏ ਗਏ ਦੀ ਇਹ ਆਪਣੇ ਤੌਰ ਤੇ ਉਹਨੂੰ ਪਟੋਰਨ ਲਈ, ਉਹਨੂੰ ਠੱਗਣ ਲਈ, ਇੱਥੋਂ ਤੱਕ ਵੀ ਇਹ ਕਹਿੰਦੇ ਵੀ ਉਹਦਾ ਧਨ ਮਾਲ ਸਭ ਕੁਝ ਲੁੱਟ ਕੇ ਤੇ ਕਤਲ ਕਰਨ ਤੋਂ ਵੀ ਇਹ ਗੁਰੇਜ਼ ਨਹੀਂ ਸੀ ਕਰਦਾ। ਇਸੇ ਤਰ੍ਹਾਂ ਦੀ ਇੱਕ ਵਾਲਮੀਕ ਬਟਵਾੜੇ ਦੀ ਗੁਰਬਾਣੀ ਦੇ ਅੰਦਰ ਤੇ ਭਾਈ ਗੁਰਦਾਸ ਜੀ ਨੇ ਸਾਖੀ ਵਰਣਨ ਕੀਤੀ ਆ। ਬਿਲਕੁਲ ਇਹ ਵਾਲਮੀਕ ਬਟਵਾੜੇ ਦੀ ਤਰ੍ਹਾਂ ਸੀ ਸੱਜਣ ਠੱਗ, ਜਿਸ ਨੂੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਾ ਕੇ ਦਰਸ਼ਨ ਦਿੰਦੇ ਨੇ ਹਜ਼ੂਰ ਦੇ ਚਰਨ ਪਰਦਾ। ਇਹਨੇ ਸ਼ੁਰੂ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਦੇ ਨੂਰਾਨੀ ਚਿਹਰੇ ਨੂੰ ਦੇਖਿਆ, ਤੇ ਸਿਆਣੇ ਕਹਿੰਦੇ ਵੀ ਜਿਹੜਾ ਨੂਰ ਆ ਨਾ, ਦੋ ਤਰ੍ਹਾਂ ਦੇ ਵਿਅਕਤੀਆਂ ਦੇ ਚਿਹਰਿਆਂ ਦੇ ਉੱਤੇ ਹੁੰਦਾ ਆ। ਜਾਂ ਤੇ ਜਿਸ ਕੋਲ ਸੰਸਾਰਕ ਧਨ ਪੂੰਜੀ ਬਹੁਤ ਹੋਵੇ, ਉਹਨੂੰ ਕਹਿ ਲਈਏ ਵੀ ਉਹਦੇ ਚਿਹਰੇ ਤੇ ਨੂਰ ਹੁੰਦਾ, ਉਹਨੂੰ ਹੁਸਨ ਹੁੰਦਾ। ਤੇ ਜਾਂ ਫਿਰ ਜਿਹੜੇ ਰੱਬੀ ਰੰਗ ਦੇ ਵਿੱਚ ਮਸਤ ਹੁੰਦੇ ਨੇ, ਉਹਨਾਂ ਦੇ ਚਿਹਰੇ ਦੇ ਉੱਤੇ ਜਲਾਲ ਨੂਰ ਭਖਦਾ। ਤੁਹਾਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਜਦੋਂ ਇਸਨੇ ਦੇਖਿਆ, ਤੇ ਇਹਨੇ ਇਹ ਹੀ ਦੇਖਿਆ ਵੀ ਇਹਨਾਂ ਕੋਲ ਬਹੁਤ ਧਨ ਹੋਵੇਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਪਣੀ ਸਰਾਂ ਦੇ ਵਿੱਚ ਲੈ ਜਾਂਦਾ ਹੈ, ਤੇ ਸਰਾਂ ਦੇ ਵਿੱਚ ਲਿਜਾ ਕੇ ਆਪਣੇ ਤੌਰ ਤਰੀਕੇ ਦੇ ਨਾਲ ਤੇ ਆਪਣੇ ਢੰਗ ਦੇ ਨਾਲ ਪਹਿਲਾਂ ਸੇਵਾ ਕਰਦਾ ਹੈ।
सेवा करन तो उपरंत अपना जदों अद्धी रात हुंदी आ ते ये अपना ढंग वरतन लगदा। इहने समझिया भी गुरु नानक देव महाराज जी हुण आराम कर रहे ने, ਜਿਹੜੇ ਸੌਂਗੇ ਨੇ, ਤੇ ਇਹ ਆਪਣਾ ਤਰੀਕਾ ਵਰਤਣ ਲੱਗਾ। ਪਰ ਧੰਨ ਗੁਰੂ ਨਾਨਕ ਸਤਿਗੁਰ ਜਾਗਤਾ ਹੈ ਦਿਓ। ਇੱਕ ਸਤਿਗੁਰੂ ਹੀ ਆ ਜਿਹੜੇ ਹਮੇਸ਼ਾ ਜਾਗਦੇ ਨੇ, ਕਦੀ ਵੀ ਸੌਂਦੇ ਨਹੀਂ। ਜਦੋਂ ਇਹ ਆਪਣੀ ਮਾੜੇ ਕਰਮ ਕਰਨ ਲੱਗਾ, ਕਰਤੂਤ ਕਰਨ ਲੱਗਾ, ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹਦੇ ਵੱਲ ਤੱਕਿਆ, ਅੰਮ੍ਰਿਤ ਦ੍ਰਿਸ਼ਟੀ ਪਾਈ। ਸਤਿਗੁਰੂ ਗੁਰ ਅੰਮ੍ਰਿਤ ਭਿੰਨੀ ਦਿਓਹਰੀ, ਅੰਮ੍ਰਿਤ ਗੁਰ ਕੇ ਰਾਮ ਰਾਜੇ। ਵਿਦਿਆਰਥੀਓ, ਗੁਰੂ ਦੀ ਰਸਨਾ ਦੇ ਵਿੱਚ ਅੰਮ੍ਰਿਤ ਹੁੰਦਾ, ਗੁਰੂ ਦੇ ਨੇਤਰਾਂ ਦੇ ਵਿੱਚ ਅੰਮ੍ਰਿਤ ਹੁੰਦਾ, ਤੇ ਗੁਰੂ ਦੀ ਸਮੁੱਚੀ ਦੇਹੀ ਦੇ ਵਿੱਚ ਅੰਮ੍ਰਿਤ ਹੁੰਦਾ। ਗੁਰ ਅੰਮ੍ਰਿਤ ਭਿੰਨੀ ਦਿਓਹਰੀ, ਦਿਓਹਰੀ ਤੋਂ ਭਾਵ ਸੋਹਣਾ ਸਰੀਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਅੰਮ੍ਰਿਤ ਦ੍ਰਿਸ਼ਟੀ ਨਾਲ ਤੱਕਿਆ ਤੇ ਕੁਝ ਤੇ ਇਹ ਉਦੋਂ ਹੀ ਬਦਲ ਜਾਂਦਾ। ਇਹਨੇ ਸਭ ਕੁਝ ਦੇਖ ਲਿਆ ਕਿ ਜੋ ਕੁਝ ਮੈਂ ਚਾਹੁੰਦਾ ਸੀ ਉਹ ਇਸ ਵਿਅਕਤੀ ਦੇ ਕੋਲ, ਇਸ ਮਨੁੱਖ ਦੇ ਕੋਲ ਨਹੀਂ ਗਾ। ਸਤਿਗੁਰੂ ਪਾਤਸ਼ਾਹ ਜੀ ਨੇ ਇੱਥੇ ਇੱਕ ਸ਼ਬਦ ਉਚਾਰਨ ਕੀਤਾ, ਉਹਦੇ ਅਰਥ ਨੇ ਕਿ ਸੱਜਣ, ਸਤਿਗੁਰੂ ਕਹਿੰਦੇ ਉਹ ਨੇ ਭਾਈ, ਇਹਦਾ ਨਾਮ ਸੀ ਸੱਜਣ। ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਸਨ। ਸਤਿਗੁਰੂ ਪਾਤਸ਼ਾਹ ਕਹਿੰਦੇ ਸੱਜਣ ਉਸ ਨੂੰ ਕਹਿੰਦੇ ਨੇ ਜਿਹੜਾ ਨੇਕ ਨੀਤੀ ਵਾਲਾ, ਜਿਹਦਾ ਨੇਕ ਜੀਵਨ ਹੋਵੇ। ਆਪਾਂ ਅਰਥ ਕਰ ਚੁੱਕੇ ਨਾ ਸੱਜਣ ਦੇ, ਕਿ ਜਿਹਦਾ ਜੀਵਨ ਸ੍ਰੇਸ਼ਟ ਆ, ਜਿਹਦਾ ਜੀਵਨ ਸਰਬੋਤਮ ਆ, ਉੱਚਾ, ਉਹਨੂੰ ਸੱਜਣ ਕਹਿੰਦੇ ਨੇ। ਤੇ ਫਿਰ ਸਤਿਗੁਰੂ ਪਾਤਸ਼ਾਹ ਨੇ ਇੱਥੇ ਇੱਕ ਉਦਾਹਰਨ ਦਿੱਤੀ ਸੀ ਕਹੇ ਦੇ ਬਰਤਨ ਦੀ, ਕਿ ਕਹੇ ਦਾ ਜਿਹੜਾ ਬਰਤਨ ਆ ਨਾ, ਉਹਨੂੰ ਜੇਕਰ ਆਪਾਂ ਕਈ ਵਾਰ ਮਾਂਝੀਏ ਸਵਾਹ ਦੇ ਨਾਲ ਵੀ, ਕਈ ਤਰੀਕਿਆਂ ਨਾਲ, ਪਰ ਉਹ ਆਪਣੀ ਕਾਲਖ ਨਹੀਂ ਛੱਡਦਾ। ਸੱਜਣ ਜੋ ਸਤਿਗੁਰੂ ਪਾਤਸ਼ਾਹ ਬਾਣੀ ਰਾਹੀਂ ਉਪਦੇਸ਼ ਦਿੰਦੇ ਨੇ, ਉਚਾਰਨ ਕਰਦੇ ਨੇ, ਸੱਜਣ ਨੂੰ ਸਮਝ ਪੈਂਦੀ ਜਾਂਦੀ ਸੀ ਕਿ ਇਹ ਕੋਈ ਰੱਬੀ ਨੂਰ ਨੇ, ਰੱਬੀ ਪੁਰਖ ਨੇ, ਜਿਹੜੇ ਮੇਰੇ ਅੰਦਰ ਨੂੰ ਜਾਣ ਗਏ ਨੇ। ਕਿਉਂਕਿ ਇਸ ਦੇ ਅੰਦਰ ਤੇ ਅਸੀਂ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਵਾ ਸਿਆਹੋ, ਖੰਨਲੀ ਧੋਤੀ ਉਜਲੀ ਨਾ ਹੋਵੀ, ਜੇ ਸੋ ਧੋਵਣ ਪਾਹੋ। ਸਤਿਗੁਰੂ ਪਾਤਸ਼ਾਹ ਨੇ ਇੱਥੇ ਕਿਰਪਾ ਕੀਤੀ। ਸਮੂਹ ਵਿਦਿਆਰਥੀਆਂ ਨੇ ਧਿਆਨ ਨਾਲ ਰੱਖਣਾ, ਇਹਨੂੰ ਸੁਣਨਾ ਜੀ, ਯਾਦ ਰੱਖਣੀ ਇਹ ਸਾਖੀ। ਫੇਰ ਹਜ਼ੂਰ ਨੇ ਇਹਨੇ ਤੇ ਇਸ ਤੇ ਪ੍ਰਸੰਨ ਹੋ ਕੇ ਸੱਜਣ ਠੱਗ ਤੇ ਇਹਨੂੰ ਸੱਚਾ ਸੱਜਣ ਦਾ ਖਿਤਾਬ ਦੇ ਕੇ ਤੇ ਸਿੱਖ ਧਰਮ ਦਾ ਇਹਨੂੰ ਪ੍ਰਚਾਰਕ ਥਾਪਿਆ। ਸੋ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਇਸ ਤਰ੍ਹਾਂ ਕਰਕੇ ਸਾਨੂੰ ਪ੍ਰੇਰਨਾ ਦਿੰਦੀ ਆ ਕਿ ਉਹ ਭਾਈ ਵਾਹਿਗੁਰੂ ਸਭਨ ਕੈ ਸੰਗੇ ਆ। ਸਭਨ ਇੱਥੇ ਬਹੁਵਚਨ ਆ, ਕੈ ਵੀ ਬਹੁਵਚਨ ਆ, ਤੇ ਸੰਗੇ ਤੋਂ ਭਾਵ ਦਾ ਸੰਗ ਸਾਥ। ਥੋੜ੍ਹਾ ਕਾਜ ਬੁਰੋ ਕਹਿ ਫੇਰੋ। ਹੁਣ ਇਹ ਜਿਹੜੀਆਂ ਆਪਾਂ ਪੰਕਤੀਆਂ ਨੇ ਜੀ, ਬਹੁਤ ਧਿਆਨ ਨਾਲ ਸਮਝਿਓ। ਥੋੜ੍ਹਾ ਕਾਜ, ਥੋੜ੍ਹਾ ਤੋਂ ਭਾਵ ਹੁੰਦਾ ਵੀ ਥੋੜ੍ਹਾ ਜਿਹਾ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਵੀ ਛੋਟੀ ਜੀ ਕੋਈ ਆਪਾਂ ਜ਼ਿੰਦਗੀ ਨੂੰ ਕਹਿ ਸਕਦੇ ਹਾਂ। ਤੁਹਾਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਮਨੁੱਖ ਨੂੰ ਉਪਦੇਸ਼ ਹੈ ਕਿ ਭਾਈ ਥੋੜ੍ਹਾ ਕਾਜ, ਇਹ ਜਿਹੜਾ ਤੇਰਾ ਜੀਵਨ ਦਾ ਕਾਰਜ ਆ ਨਾ, ਕੰਮ ਹੈਗੇ, ਇਹ ਜਿਹੜੀ ਤੇਰੀ ਜ਼ਿੰਦਗੀ ਆ, ਲਾਈਫ ਹੈ, ਬਹੁਤ ਥੋੜ੍ਹੀ ਆ। ਗੁਰਬਾਣੀ ਅੰਦਰ ਕਈ ਥਾਵਾਂ 'ਤੇ ਉਪਦੇਸ਼ ਆ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਵੀ ਜੇ 100 ਵਰਿਆਂ ਜੀਵਣਾ ਭੀਤਨ ਹੋਤੀ ਕੇ, ਉੱਥੇ ਵੀ ਉਪਦੇਸ਼ ਆ ਕਿ ਜੇ ਮਨੁੱਖ ਤੂੰ ਵੱਧ ਤੋਂ ਵੱਧ 100 ਸਾਲ ਵੀ ਜੀਵਨ ਗੁਜ਼ਾਰ ਲਏਗਾ ਤੇ ਆਖਰ ਤੇ ਤੈਨੂੰ ਖੇ ਹੋਣਾ ਹੀ ਪੈਣਾ, ਤੂੰ ਮਰਨਾ ਹੀ ਆ। ਥੋੜ੍ਹਾ ਕਾਜ, ਇੱਥੇ ਗੁਰਬਾਣੀ ਵਿਆਕਰਨ ਦੇ ਅਨੁਸਾਰ ਅਰਥ ਕੀਤੇ ਨੇ ਆਪਣਾ ਵਿਦਵਾਨਾਂ ਨੇ ਕਿ ਮਨੁੱਖ ਦੀ ਜ਼ਿੰਦਗੀ ਸਤਿਗੁਰੂ ਜੀ ਕਹਿੰਦੇ ਭਾਈ ਤੇਰੀ ਥੋੜ੍ਹੀ ਜਿਹੀ ਆ, ਤੇ ਇਹਦੇ ਮਨੋਰਥ ਜਿਹੜੇ ਬਹੁਤ ਜ਼ਿਆਦਾ ਨੇ। ਇਹਦੇ ਇੰਨੇ ਮਨੋਰਥ ਨੇ ਨਾ, ਜੇ ਇਹਦੀਆਂ ਆਪਾਂ ਕਾਮਨਾਵਾਂ ਦੀ ਗੱਲ ਕਰੀਏ, ਭਾਈ ਨੰਦ ਲਾਲ ਜੀ ਨੇ ਇਹਨਾਂ ਨੂੰ ਹਵਾ ਕਿਹਾ ਆ, ਜਾਂ ਆਮ ਤੌਰ ਤੇ ਇਹਨੂੰ ਹਵਸ਼ ਵੀ ਕਹਿ ਦਿੰਦੇ ਆ। ਇਹਦੀਆਂ ਇੰਨੀਆਂ ਕਾਮਨਾਵਾਂ ਨੇ ਕਿ ਓਨੇ ਬੰਦੇ ਦੇ ਸਵਾਸ ਨਹੀਂ ਹੁੰਦੇ ਜਿੰਨੀਆਂ ਇਹਦੀਆਂ ਵਿਦਿਆਰਥੀਓ, ਬੱਚਿਓ, ਸਾਡੀਆਂ ਕਾਮਨਾਵਾਂ ਸਾਡੇ ਜੀਵਨ ਦੀਆਂ ਹੁੰਦੀਆਂ ਨੇ।
सतगुरु पातशाही ने सानू उपदेश दिता कि भाई ये तेरा जीवन बहुत थोड़ा आ, पर तेरिया कामनावां बहुत ज़्यादियां ने जीव, ते तू की जीवन दे विच समझना, बुरो काज बुरो कह फेरो, बुरो तो भाव दा माड़े कर्म, कह दे अर्थ ने इत्थे क्यों, ते फेरो बुरो ते फेरो दे विद्वानां ने अर्थ कीते ने बच्चो कि माड़े कर्म माड़ियां करतूतां जीव नूं दिता। क्या मनुख तू छोटी जी जिंदगी दे विच माड़े कर्म नहीं करने। देखो बाणी दे अंदर सानू सारियां नूं मोटिवेशन कीता आ, अन काए रातड़ियां वाट दहेली राम, पाप कमावदियां तेरा कोई ना बेली राम। है जी पाप कमावदियां तेरा किसे ने बेली नहीं बनना। ते मनुख पाप किन्हां लई कमाउंदा? अपने लिए, अपनी आजीविका लिए, अपने निर्वाह लिए ਵੱਧ ਤੋਂ ਵੱਧ ਧਨ ਸੰਚਿਤ ਕਰਦਾ। ਫਿਰ ਜਿਉਂ ਅੱਗੇ ਉਹਦਾ ਪਰਵਰਿਸ਼ ਹੋ ਕੇ ਪਰਿਵਾਰ ਵਾਲਾ ਹੁੰਦਾ, ਆਪਣੇ ਪਰਿਵਾਰ ਲਈ ਧੀਆਂ ਪੁੱਤਰਾਂ ਲਈ ਪਾਪ ਕਰਦਾ। ਸਤਿਗੁਰੂ ਪਾਤਸ਼ਾਹ ਜੀ ਨੇ ਬਾਣੀ ਦੇ ਅੰਦਰ ਉਪਦੇਸ਼ ਦਿੱਤਾ ਕਿ ਭਾਈ ਨਾ ਆਪਣੇ ਲਈ, ਨਾ ਪਰਿਵਾਰ ਲਈ, ਨਾ ਸੰਸਾਰ ਲਈ, ਤੂੰ ਕਿਸੇ ਲਈ ਵੀ ਜਿਹੜੇ ਆ ਉਹ ਆਪਣਾ ਪਾਪ ਕਰਮ ਨਹੀਂ ਕਰਦੇ। ਆਸਾ ਜੀ ਕੀ ਵਾਰ पौड़ी नंबर 21 आ जी। पौड़ी जित सेविया सुख पाइए, सो साहिब सदा संभालिए, जित कीता पाइए अपना सा घाल बुरी क्यों घालिए, मंदा मूल न कीची दे लम्मी नदर निहालिए, ज्यों साहिब नाल न हारिए, तेवे है पासा ढालिए, किस लाहे उपर घालिए। धन गुरु नानक देव महाराज जी का ये उपदेश है जी। ਤੇ ਇਹ ਉਹ ਉਪਦੇਸ਼ ਆ। ਆਸਾ ਜੀ ਕੀ ਵਾਰ ਦੇ ਅੰਦਰ 21 ਨੰਬਰ ਪੌੜੀ, ਜਦੋਂ ਭਾਈ ਜੋਧ ਜੀ ਨੇ ਖਡੂਰ ਸਾਹਿਬ ਦੇ ਵਿੱਚ ਇਹ ਪੌੜੀ ਪੜ੍ਹੀ ਸੀ ਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਇਹ ਅੰਮ੍ਰਿਤ ਵੇਲੇ ਉਹ ਪੜ੍ਹ ਰਹੇ ਸੀ ਬਾਣੀ। ਭਾਈ ਜੋਧ ਜੀ ਗੁਰੂ ਨਾਨਕ ਦੇਵ ਮਹਾਰਾਜ ਦੇ ਸਿੱਖ ਸੀ ਤੇ ਆਪਣਾ भाई लहणा जी ने गुरु अंगद देव महाराज जी ने सवेरे सवेरे उन्होंने रसना तो बाणी सुनी ते उन्होंने तुरंत उन्होंने पूछ लिया भी ये बाणी किस दी आ, जो तुसी ये बाणी गा रहे हो ये शब्द किस गुरु दा? उन्होंने दस्या ये आ धन गुरु नानक देव महाराज जी की पवित्र पावन बाणी। उन्हों की कहते जिहड़ी सी रूह सी ना वो हिल गई। इन्ना ये शब्द ने मोटिवेशन किया भाई लहणा जी नूं। वो गुरु नानक देव महाराज जी की उन्हें तलाश की। गुरु नानक देव महाराज के चरणों के विच करतारपुर के अंदर गए। 28 साल की उम्र के अंदर 7 साल जाके उन्होंने सेवा की 35 साल की उम्र तक। ते एक दिन वो आया जदों सेवा की ते धन गुरु नानक देव महाराज ने अपनी रसना तो आप मारे कह दिता सी, अब तू मेरे अंग ते पयो, तू लहणा मैं देन दिओ। हुण भाई लहणा जी तुसी लहणा लहणा ही नहीं तुहाडा नाम रहा, तुसी असल विच मैं देनदार हां ते तुसी लहणा लैण वाले हो। हुण तुसी मेरे अंग तो पैदा होए हो ते इसलिए तुहाडा पवित्र नाम श्री गुरु अंगद देव महाराज जी है। ये जिहड़ी पौड़ी सी इहदे विच उपदेश यही आ कि थोड़ा काज बुरो कह फेरो, जित सेविया सुख पाइए। ਇਹਦੇ ਵਿੱਚ ਆਪਾਂ ਸਮੇਂ ਦੇ ਮੁਤਾਬਕ ਸੰਖੇਪ ਦੇ ਵਿੱਚ ਇਹਦਾ ਜ਼ਿਕਰ ਕਰਨਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਵੀ ਐਸਾ ਤੂੰ ਜੀਵਨ ਬਤੀਤ ਕਰਨਾ ਜਿਤ ਸਾਹਿਬ ਨਾਲ ਨਾ ਹਾਰੀਏ, ਤੇਵੇ ਹੈ ਪਾਸਾ ਢਾਲੀਏ। ਕਿਆ ਮਨੁੱਖ ਤੈਨੂੰ ਸਾਹਿਬ ਦੇ ਦਰਬਾਰ ਦੇ ਉੱਤੇ, ਵਾਹਿਗੁਰੂ ਦੇ ਦਰ ਦੇ ਉੱਤੇ ਜਾ ਕੇ ਹਾਰ ਦਾ ਮੂੰਹ ਨਾ ਵੇਖਣਾ ਪਏ, ਨਮੋਸ਼ੀ ਨਾ ਵੇਖਣੀ ਪਏ, तू इस तरह के कर्म करने। देखो गुरु अमरदास जी का पवित्र पावन शब्द आ, ये मन प्यारिया तू सदा सच संभाले। 11 नंबर पौड़ी है जी आनंद साहब जी की। ये मन प्यारिया तू सदा सच संभाले, इहो कटंब तू जे देखदा चला नाही तेरे नाले, साथ तेरे चला नहीं तिस नाल क्यों चित लाइए, ऐसा कम मूले ना कीचे जित,
अंत पछताइए। ऐसा काम देखो किड्डा वड्डा मोटिवेशन है गुरु का सानू सारिਆਂ ਨੂੰ ਸਮੇਤ ਵਿਦਿਆਰਥੀਆਂ ਦੇ कि ऐसा काम भाई जिंदगी दे विच मूलों मुढ़ों ही नहीं करना। ऐसा काम मूले ना कीते जित अंत पछताइए। सतगुरु का उपदेश सुन तू होवे तेरे नाले कहा नानक मान प्यारे तू सदा सच संभाले। ये मेरे प्यारे मना ये उपदेश सतगुरु का तू शरण कर ते हमेशा ही इनू तुसी अपने जीवन दे विच याद रखना। सो एक मैं बहुत अहम इत्थे गल कहनी चाहुंदा जिवें दास की ड्यूटी लगी मोटिवेशन करन दी इहदे विच कोई शक नहीं कि जिन्ने विद्यार्थी तुसी इस संस्था दे नाल जुड़े हो सदके जाइए कुर्बान जाइए ऐसी संस्था दे जिन्हां ने ये दूर अंदेश सरदार जसविंदर सिंह जी खालसा समूह स्टाफ ने ये सोचा है पंजाब दा भविख ते एजुकेशन पंजाब प्रोजैक्ट शुरू किया। सारे विद्यार्थियों ने इन्ने तनदेही दे नाल मेहनत करनी आ जदों संस्था तुहाडे सिर दे उत्ते आ ध्यान दे रही आ ते बहुत लगन दे नाल मेहनत करनी। असीं चाहुंदे हां भी इस संस्था दे विचों वड्डे वड्डे IAS फिर IPS IFS इस तरह करके उच्च कोटि दे तुसीं आफिसर बनो विद्वान बनो। जिस भी तुसीं खिते विच जाओ जिस भी किते विच जाओ उस विच ईमानदारी होवे। पर एक मैं इत्थे गुरबाणी नूं उदाहरण दे के गल कहण लगा इहदे विच कोई शक नहीं कि जिन्ना चलाक कई बार पढ़िया लिखे हो जाते हैं ना उन्ना कई बारी अनपढ़ नहीं हुंदा क्योंकि उन्हें कई जिहड़ियां ने इहनूं विद्या नूं कला कहिंदे आ। ये जिहड़ी विद्या जी ये कला हुंदी उन्हें कई मैथ सिक्ख्या हुंदा विज्ञान सिक्ख्या हुंदा हिस्टरी पढ़ी हुंदी आ ते कोई शक नहीं वो दिमागी तौर ते विद्यार्थी जो जो मेहनत करेगा ते वो हुशियार होवेगा उहदा दिमाग अनपढ़ नालों किते वध काम करेगा। ते निरसंदेह ये जे आपां गल कह दईए कि जिन्ना कई बारी पढ़िया लिखिया दिमागदार ते चलाक हुंदा उन्ना अनपढ़ नहीं हुंदा। ते जे ये तरक्की करदा ना पढ़िया लिखिया बहुत फारवर्ड जीवन च हुंदा वड्डे वड्डे अहुदियां ते जांदा ते जे कदी पढ़े लिखे दे जीवन च बुराई आ जावे ना उन्हें माड़े बंदा जिहड़ा अनपढ़ बंदा बुराइयां नहीं कर सकदा जिन्नियां एक पढ़िया लिखिया बंदा चलाकियां हेरा फेरियां चंचलताइयां कर सकदा। गुरु अमरदास जी दे अमृत बोल भी आ ये मन चंचला चतराई किने ना पाया चतराई ना पाया किने तू सुन मन मेरिया। इत्थे ने एक पौड़ी मैं कहन लगा सतगुरु गुरु नानक देव महाराज जी की पौड़ी आ कि पढ़िया होवे गुनहगार। पढ़ना बच्चों जरूर ये जिहड़ा कोई मैं उपदेश देन लगा बाणी विचों ये नहीं भी पढ़ाई के विरोध है एजुकेशन के विरोध आ। ये सानू सतगुरु जी ने उपदेश दिता मोटिवेशन किया भी किस तरह पढ़ के की करना चंगे अफसर बनना समाज की सेवा करनी अपने माँ प्यो की परिवार की होर अपने आंढ गुआंढ। धन गुरु नानक देव महाराज जी कहते भी पढ़िया होवे गुणेगार तां ओमी साधना मारीए। ओमी जिहड़ा शब्द है ना इहनूं कहंदे अनपढ़। ਇਹਦੇ अर्थ की बनने कोश के मुताबिक अनपढ़ ਨੂੰ ਕਹਿੰਦੇ ਨੇ ਜਿਹਨੂੰ ਆਪਾਂ कहते ਨੇ कि ਇਹਨੂੰ ਤੇ ਊੜਾ ੜਾ ਵੀ ਨਹੀਂ ਆਉਂਦਾ ABC ਵੀ ਨਹੀਂ ਆਉਂਦੀ। सतगुरु पातशाह कहते पढ़िया होवे गुनहगार तां ओमी साधना मारीए जिहा घाले घालना तेवे हो नाम पचारीए। सतगुरु कहते भाई जिहो जी कमाई करोगे उहो जिहा रब की दरगाह दे विच तुहाडा नाम जिहड़ा बनेगा। जिहा घाले घालना तेवे हो नाम पचारीए ऐसी कला ना खेदिए जित दरगे गया हारीए। पढ़िया अते ओमिया पढ़िया दे जिहड़ा आपोजिट शब्द है ना इहनूं कहंदे ओमी। धन गुरु नानक देव महाराज जी कहंदे पढ़िया अते ओमिया विचार अगे विचारीए मोहे चले सो अगे मारीए। मोहे तो भावदा भी जिहड़ा मनमुख बन के जीवन बतीत करेगा ना उन्होंने अगे मूँह की खानी पवेगी। सो समय के मुताबिक 5 बजन वाले है समय की उलंघना भी नहीं करनी। सो ये आपां जिहड़ा विशा दिता सी
ਸਤਿਕਾਰਯੋਗ ਪ੍ਰਬੰਧਕਾਂ ਨੇ, ਮੈਨੇਜਮੈਂਟ ਨੇ। ਇਹਦੇ ਵਿੱਚ ਸੀ ਸਾਜਨ ਮੀਤ ਸੁਆਮੀ ਨੇਰੋ, ਪੇਖਤ ਸੁਨਤ ਸਭਨ ਕੈ ਸੰਗੇ, ਥੋਰੈ ਕਾਜ ਬੁਰੋ ਕਹਿ ਹੈ ਫੇਰੋ ਰਹਾਓ। 1302 ਅੰਗ ਦੇ ਉੱਪਰ ਸੀ ਰਾਗ ਕਾਨੜਾ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ। ਸੋ ਮੈਂ ਇਹ ਕਹਾਂਗਾ ਅਖੀਰ ਦੇ ਵਿੱਚ ਵੀ ਇਹ ਜਿਹੜਾ ਸੰਸਥਾ ਦਾ ਬਹੁਤ ਵੱਡਾ ਯੋਗਦਾਨ ਹੈ ਜੀ, ਜਿਹੜਾ ਇਹਨਾਂ ਨੇ ਬੜੀ ਦੂਰ ਅੰਦੇਸੀ ਆਏ ਸਰਦਾਰ ਜਸਵਿੰਦਰ ਸਿੰਘ ਜੀ ਖਾਲਸਾ, ਜਿਨ੍ਹਾਂ ਨੇ ਪ੍ਰੋਜੈਕਟ ਸ਼ੁਰੂ ਕੀਤਾ ਆ। ਕਹਿੰਦੇ ਬੱਚਿਓ, ਇੱਕ ਵਾਰੀ ਨਾ ਜਿਹੜੇ ਪੰਜਾਬ ਦੇ ਪਹਿਲਾਂ ਕਦੀ ਕੈਰੋਂ ਦੇ ਰਹਿਣ ਵਾਲੇ ਪ੍ਰਤਾਪ ਸਿੰਘ ਚੀਫ ਮਿਨਿਸਟਰ ਸੀ ਨਾ, ਮੁੱਖ ਮੰਤਰੀ, ਤੇ ਇੱਕ ਵਾਰ ਉਹ ਗੱਡੀ ਦੇ ਵਿੱਚ ਜਾ ਰਹੇ ਸੀ, ਤੇ ਗੱਡੀ ਦੇ ਵਿੱਚ ਇੱਕ ਉਹ ਖੁਦ ਸਨ ਚੀਫ ਮਿਨਿਸਟਰ, ਇੱਕ ਉਹਨਾਂ ਦੇ ਨਾਲ ਹੋਰ ਸੀ, ਤੇ ਇੱਕ ਡਰਾਈਵਰ ਸੀ। ਉਹਨਾਂ ਨੇ ਜਦੋਂ ਗੱਡੀ ਜਾ ਰਹੀ ਆ ਤੇ ਜਾਂਦਿਆਂ ਜਾਂਦਿਆਂ ਅੱਗੇ ਕਹਿੰਦੇ ਇੱਕ ਖਰਗੋਸ਼ ਆ ਗਿਆ। ਇਹ ਬੜੀ ਸਿੱਖਿਆਦਾਇਕ ਸਾਡੇ ਲਈ ਨਾ, ਸਾਨੂੰ ਮੋਟੀਵੇਸ਼ਨ ਕਰਨ ਵਾਲੀ ਕਹਾਣੀ। ਅੱਗੇ ਖਰਗੋਸ਼ ਆ ਗਿਆ ਤੇ ਉਹਦੀ ਮੌਤ ਹੋ ਗਈ, ਡੈਥ ਹੋ ਗਈ। ਗੱਡੀ ਰੋਕੀ, ਰੁਕਾਈ ਉਹ ਡਰਾਈਵਰ ਦੇ ਕੋਲੋਂ, ਤੇ ਕਹਿੰਦੇ ਵੀ ਜਿਹੜੇ ਪ੍ਰਤਾਪ ਸਿੰਘ ਜੀ ਚੀਫ ਮਿਨਿਸਟਰ, ਉਹਨਾਂ ਨੇ ਪੁੱਛਿਆ ਭਈ ਇਹ ਦੱਸੋ, ਡਰਾਈਵਰ ਨੂੰ ਪਹਿਲਾਂ ਪੁੱਛਦੇ ਭਈ ਇਹਦੀ ਮੌਤ ਕਿਉਂ ਹੋ ਗਈ ਆ। ਉਹਨੇ ਆਪਣੇ ਅੰਦਾਜ਼ੇ ਦੇ ਮੁਤਾਬਕ ਦੱਸਿਆ ਕਿ ਤੇਜ਼ ਆ ਰਿਹਾ ਸੀ ਜਾਂ ਗੱਡੀ ਵੀ ਸਾਡੀ ਤੇਜ਼ ਸੀ। ਫਿਰ ਉਹਨਾਂ ਨੇ ਦੂਜੇ ਨੂੰ ਪੁੱਛਿਆ, ਉਹਨੇ ਵੀ ਆਪਣੇ ਮੁਤਾਬਕ ਉੱਤਰ ਦਿੱਤਾ। ਫਿਰ ਕਹਿੰਦੇ ਕਿ ਚੀਫ ਮਿਨਿਸਟਰ ਜੋ ਸਨ ਪ੍ਰਤਾਪ ਸਿੰਘ ਕੈਰੋਂ, ਉਹਨਾਂ ਨੇ ਕਿਹਾ ਵੀ ਨਹੀਂ, ਅਸਲ ਵਿੱਚ ਇਹਦੀ ਮੌਤ ਇਸ ਲਈ ਆ ਗਈ ਵੀ ਇਹ ਸਹੀ ਡਿਸੀਜਨ ਨਹੀਂ ਲੈ ਸਕਿਆ, ਇਹ ਸਹੀ ਫੈਸਲਾ ਨਹੀਂ ਲੈ ਸਕਿਆ ਵੀ ਮੈਂ ਅੱਗੇ ਵਧਣਾ ਕਿ ਨਹੀਂ ਵਧਣਾ, ਕਿੱਥੇ ਮੈਂ ਰੁਕਣਾ। ਇਸ ਲਈ ਇਹ ਸੰਸਥਾ ਦਾ ਬਹੁਤ ਵੱਡਾ ਯੋਗਦਾਨ ਆ, ਜਿਨ੍ਹਾਂ ਨੇ ਸਮੇਂ ਦੇ ਮੁਤਾਬਕ ਬਹੁਤ ਵਧੀਆ ਡਿਸੀਜਨ ਲਿਆ ਆ। ਤੇ ਇਹ ਐਜੂਕੇਸ਼ਨ ਜੋ ਪੰਜਾਬ ਪ੍ਰੋਜੈਕਟ ਸ਼ੁਰੂ ਕੀਤਾ ਜੀ, ਮੈਂ ਆਪਣੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਆ ਸਰਦਾਰ ਜਸਵਿੰਦਰ ਸਿੰਘ ਜੀ ਖਾਲਸਾ, ਭੈਣ ਜੀ ਜਸਪ੍ਰੀਤ ਕੌਰ ਜੀ ਦਾ, ਭੈਣ ਜੀ ਰੁਪਿੰਦਰ ਕੌਰ ਜੀ ਦਾ, ਜਿਨ੍ਹਾਂ ਦੀ ਮਾਰਫਤ ਇਹ ਅੱਜ ਦਾ ਪ੍ਰੋਗਰਾਮ ਦਾਸ ਨੇ ਅਟੈਂਡ ਕੀਤਾ। ਭੁੱਲਾਂ ਚੁੱਕਾਂ ਲਈ ਖਿਮਾ, ਵੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨ ਭਾਈ ਕਰਮ ਸਿੰਘ ਜੀ, ਪ੍ਰਚਾਰਕ SGPC ਮੈਂਬਰ। ਸੋ ਬਹੁਤ ਬਹੁਤ ਧੰਨਵਾਦ ਜੀ, ਜਿਨ੍ਹਾਂ ਨੇ ਬੜੇ ਸੋਹਣੇ ਸੌਖੇ ਤਰੀਕੇ ਦੇ ਨਾਲ ਬੱਚਿਆਂ ਨੂੰ ਸਮਝਾਉਣਾ ਕੀਤਾ ਹੈ। ਨਾਲ ਭੈਣ ਰੁਪਿੰਦਰ ਕੌਰ ਜੀ ਦਾ ਵੀ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਦੇ ਕਰਕੇ ਅਸੀਂ ਅੱਜ ਵੀਰ ਜੀਆਂ ਦੇ ਵਿਚਾਰ ਸੁਣ ਸਕੇ ਹਾਂ। ਬੜਮੁੱਲੇ ਵਿਚਾਰ ਵੀਰ ਜੀਆਂ ਨੇ ਰੱਖੇ ਹੈ ਕਿ ਉਹ ਵਾਹਿਗੁਰੂ ਪਰਮਾਤਮਾ ਸਦਾ ਹੀ ਸਾਡੇ ਅੰਗ ਸੰਗ ਸਾਨੂੰ ਦੇਖਦਾ ਹੈ। ਸੱਜਣ ਠੱਗ ਵਾਲੀ ਸਾਖੀ ਸੁਣਾਈ, ਤੇ ਬਹੁਤ ਬਹੁਤ ਧੰਨਵਾਦ ਜੀ, ਜਿਨ੍ਹਾਂ ਨੇ ਇੰਨਾ ਸਮਾਂ ਕੱਢਿਆ ਆਪਣੇ ਰੁਝੇਵਿਆਂ ਦੇ ਵਿੱਚੋਂ। ਸੋ ਹੁਣ ਜਿਹੜੇ ਬੱਚਿਆਂ ਦੇ ਸਵਾਲ ਨੇ ਇਸ ਨਾਲ ਸੰਬੰਧਿਤ, ਕੋਈ ਬੱਚੇ ਹੈਂਡ ਰੇਜ਼ ਕਰਨਗੇ ਜੀ। ਜੈਤੋ ਤੋਂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਤੁਹਾਨੂੰ ਇੱਕ ਸਵਾਲ ਸੀਗਾ ਜੀ। ਹਾਂਜੀ ਹਾਂਜੀ, ਬੋਲੋ ਜੀ। ਹਾਂ ਵੀਰ ਜੀ, ਜਿਵੇਂ ਆਪਾਂ ਗੁਰਬਾਣੀ ਦਾ ਵਿਸ਼ਾ ਲਿਆ ਜੀ ਅੱਜ, ਵਿਸ਼ੇ ਦੇ ਵਿੱਚ ਜਿਵੇਂ ਆਪਾਂ ਦੇਖਦੇ ਹਾਂ, ਗੁਰੂ ਸਾਹਿਬ ਜੀ ਨੇ ਜਦੋਂ ਵੇਈ ਨਦੀ ਤੇ ਇਸ਼ਨਾਨ ਕੀਤਾ, ਤੇ ਗੁਰੂ ਸਾਹਿਬ ਜੀ ਨੇ ਬਾਹਰ ਨਿਕਲਦੇ ਸਮੇਂ ਕਿਹਾ ਸੀ ਵੀ ਨਾ ਕੋ ਹਿੰਦੂ ਨਾ ਮੁਸਲਮਾਨ ਜੀ। ਹਾਂਜੀ ਹਾਂਜੀ। ਤੇ ਫਿਰ ਵੀਰ ਜੀ, ਜਦੋਂ ਕੋਈ ਵੀ ਸਿੱਖ ਅੰਮ੍ਰਿਤ ਛਕ ਲੈਂਦਾ ਜੀ, ਹਾਂਜੀ, ਤਾਂ ਉਹ ਫਿਰ ਕਹਿ ਦਿੰਦੇ ਵੀ ਜਿਹਨੇ ਅੰਮ੍ਰਿਤ ਛਕਿਆ ਉਹ ਗੁਰੂ ਦਾ ਸਿੱਖ ਬਣ ਜਾਂਦਾ ਜੀ, ਹਨਾ ਜੀ। ਇੱਕ ਪਾਸੇ ਗੁਰੂ ਸਾਹਿਬ ਜੀ ਕਹਿ ਰਹੇ ਆ ਵੀ ਨਾ ਕੋਈ ਹਿੰਦੂ ਨਾ ਮੁਸਲਮਾਨ ਜੀ, ਹਨਾ। ਤੇ ਫਿਰ ਗੁਰੂ ਸਾਹਿਬ ਜੀ ਨੇ ਐਵੇਂ ਕਿਹਾ ਵੀ ਕੋਈ ਜਾਤ ਪਾਤ ਕੋਈ ਧਰਮ ਨਹੀਂ, ਸਭ ਬਰਾਬਰ ਹੈ ਜੀ। ਫਿਰ ਇਹ ਗੱਲ ਕਿਉਂ ਕਹੀ ਜਾਂਦੀ ਵੀ ਅੰਮ੍ਰਿਤ ਛਕਣ ਦੇ ਨਾਲ ਸਿੱਖ ਬਣ ਗਿਆ ਜੀ, ਜਦੋਂ ਸਾਰੇ ਵਿਅਕਤੀ ਤਾਂ ਇੱਕ ਹੀ ਹੈ ਜੀ। ਹਾਂਜੀ ਹਾਂਜੀ, ਇਹ ਦੇਖੋ, ਪਹਿਲੀ ਤੇ ਗੱਲ ਇਹ ਆ ਬਈ ਅੰਮ੍ਰਿਤ ਛਕਣਾ ਗੁਰੂ ਦਾ ਹੁਕਮ ਹੈ। ਹਾਂਜੀ, ਠੀਕ ਹੈ ਜੀ। ਇਹਦੇ ਅੰਮ੍ਰਿਤ ਛਕਣ ਤੇ ਕੋਈ ਕਿੰਤੂ ਪਰੰਤੂ ਨਹੀਂ, ਅੰਮ੍ਰਿਤ ਛਕਣਾ ਗੁਰੂ ਦਾ ਹੁਕਮ ਆ। ਤੇ ਪਰ ਇਹਦੇ ਵਿੱਚ ਜਿਸ ਤਰ੍ਹਾਂ ਆਪਾਂ ਸ਼ਬਦ ਵਰਤਦੇ ਹਾਂ, ਸਹਿਜਧਾਰੀ, ਫਿਰ ਸਿੱਖ, ਫਿਰ ਗੁਰਸਿੱਖ, ਫਿਰ ਗੁਰਮੁਖ, ਫਿਰ ਅੰਮ੍ਰਿਤਧਾਰੀ, ਇਹ ਵੱਖ-ਵੱਖ ਜਿਹੜੇ ਆ ਨਾ ਸ਼ਬਦ ਨੇ, ਜਿਹੜੇ ਇਹ ਵੱਖ-ਵੱਖ ਸ਼ਬਦ ਨੇ। ਤੇ ਇਹਨਾਂ ਇਸ ਕਰਕੇ ਉਹਦੇ ਨਾਲ ਕੋਈ ਇਹਦੇ ਵਿੱਚ
ਮਤਲਬ ਜਿਹੜਾ ਗੁਰੂ ਦਾ ਉਪਦੇਸ਼ ਹੈ ਉਹਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਵੀ ਸਭੇ ਸਾਂਝੀ ਵਾਲਸਤਾਨ। ਗੁਰੂ ਦਾ ਹੁਕਮ ਹੈ ਵੀ ਇੱਥੋਂ ਤੱਕ ਪਹੁੰਚੋ। ਹਾਂਜੀ, ਬਹੁਤ ਬਹੁਤ ਧੰਨਵਾਦ ਜੀ। ਅੱਗੇ ਪੀਪੀ ਨੰਬਰ 13284 ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਜਿਵੇਂ ਵੀਰ ਜੀ ਨੇ ਦੱਸਿਆ ਨਾ ਵੀ ਪਰਮਾਤਮਾ ਹਮੇਸ਼ਾ ਆਪਣੇ ਅੰਗ ਸੰਗ ਹੈ। ਜੇ ਆਪਣੇ ਚੋਂ ਬਹੁਤੇ ਆਪਾਂ ਵੀ ਪਰਮਾਤਮਾ ਨੂੰ ਸਿਰਫ ਖੁਸ਼ੀ ਦੇ ਵਿੱਚ ਯਾਦ ਕਰਦੇ ਹਾਂ ਜਾਂ ਗਮੀ, ਖੁਸ਼ੀ ਦੇ ਵਿੱਚ ਤਾਂ ਬਹੁਤ ਘੱਟ ਯਾਦ ਕਰਦੇ ਹਾਂ। ਵੀ ਜਦੋਂ ਆਪਣੇ ਤੇ ਕੋਈ ਦੁੱਖ ਆਉਂਦਾ ਹੈ ਤਾਂ ਆਪਾਂ ਪਰਮਾਤਮਾ ਨੂੰ ਯਾਦ ਕਰਦੇ ਹਾਂ, ਆਪਾਂ ਗੁਰਦੁਆਰਾ ਸਾਹਿਬ ਜਾਂਦੇ ਹਾਂ। ਵੀ ਆਪਾਂ ਖੁਸ਼ੀ ਦੇ ਮੌਕੇ ਕਿਤੇ ਨਾ ਕਿਤੇ ਪਰਮਾਤਮਾ ਨੂੰ ਭੁੱਲ ਜਾਂਦੇ ਹਾਂ। ਪਰਮਾਤਮਾ ਹਮੇਸ਼ਾ ਹੀ ਆਪਣੇ ਨਾਲ ਹੁੰਦਾ ਹੈ ਨਾ, ਵੀ ਆਪਣੀ ਹਮੇਸ਼ਾ ਮਦਦ ਵੀ ਕਰਦਾ ਹੈ। ਤੇ ਇੱਕ ਮੇਰਾ ਵੀਰ ਜੀ ਨੂੰ ਕੁਐਸਚਨ ਸੀ, ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਕੁਦਰਤ ਵਿੱਚ ਵੀ ਰੱਬ ਵਸਦਾ ਹੈ, ਵੀ ਸਾਰੇ ਕਿਤੇ ਰੱਬ ਹੈ, ਸਾਰੇ ਕਿਤੇ ਪਰਮਾਤਮਾ, ਬਲਿਹਾਰੀ ਕੁਦਰਤ ਵਸਿਆ ਤੇ ਅੰਤ ਨਾ ਜਾਈ ਲਿਖਿਆ ਨਾ। ਤਾਂ ਵੀ ਬਹੁਤੇ ਲੋਕ ਜਿਵੇਂ ਕਹਿੰਦੇ ਨੇ ਵੀ ਚੋਰੀ ਕਰਦੇ ਨੇ, ਹੋਰ ਬਹੁਤ ਵੀ ਮਾੜੇ ਕੰਮ ਕਰਦੇ ਨੇ, ਵੀ ਉਹ ਮਤਲਬ ਪਰਮਾਤਮਾ ਵੀ ਜੇ ਪਰਮਾਤਮਾ ਹਰ ਦੇ ਅੰਗ ਸੰਗ ਹੁੰਦਾ ਹੈ, ਵੀ ਪਰਮਾਤਮਾ ਫਿਰ ਉਹ ਚੋਰੀ ਕਰਦੇ ਨੇ, ਮਤਲਬ ਚੋਰੀ ਕਰਨ ਦੇ ਵਿੱਚ ਪਰਮਾਤਮਾ ਉਹਨਾਂ ਦਾ ਸਾਥ ਨਹੀਂ ਦਿੰਦਾ, ਪਰ ਫਿਰ ਵੀ ਉਹ ਆਪਣੇ ਕੰਮ 'ਚ ਸਫਲ ਕਿਵੇਂ ਹੋ ਜਾਂਦੇ ਨੇ? ਅੱਛਾ ਜੀ, ਉਹ ਚੋਰੀ ਕਰਦੇ ਆ ਫਿਰ ਵੀ ਕਿਉਂ ਸਫਲ ਹੋ ਜਾਂਦੇ ਆ? ਦੇਖੋ, ਰੱਬ ਨੇ ਮਤਲਬ ਹਰ ਇੱਕ ਨੂੰ એનર્ਜੀ ਦਿੱਤੀ ਆ। ਰੱਬ ਨੇ ਹਰ ਇੱਕ ਨੂੰ એનર્ਜੀ ਦਿੱਤੀ ਆ। ਜਿਸ ਤਰ੍ਹਾਂ ਆਪਾਂ ਜਪਜੀ ਸਾਹਿਬ ਦਾ ਸ਼ਲੋਕ ਵਾਚੀਏ, ਜਦੋਂ 38 ਨੰਬਰ ਪੌੜੀ ਤੋਂ ਆਉਂਦਾ ਸ਼ਲੋਕ, ਪਵਨ ਗੁਰੂ ਪਾਣੀ ਪਿਤਾ, ਤੇ ਉਹ ਸ਼ਲੋਕ ਦੇ ਵਿੱਚ ਸਭ ਕੁਝ ਇਹੀ ਵਰਣਨ ਕੀਤਾ ਵੀ ਰੱਬ ਦਾ ਇੱਕ ਨਿਯਮ ਆ, ਰੱਬ ਦੇ ਘਰ ਦੀ ਇੱਕ ਮਰਜ਼ਾਦਾ, ਜਿਵੇਂ ਪਵਨ ਗੁਰੂ ਪਾਣੀ ਪਿਤਾ, ਸਾਰਾ ਇਹਦਾ ਵਰਣਨ ਕਰਕੇ ਦਿਵਸ ਰਾਤ ਉਦਾਈ ਦਾ ਖੇਲੇ ਸਗਲ ਜਗਤ ਚੰਗਿਆਈਆਂ ਬੁਰਾਈਆਂ ਬਾਚੇ ਧਰਮ ਦੂਰ। ਉੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਰੱਬ ਦੇ ਘਰ ਦੀ ਮਰਜ਼ਾਦਾ ਦਿੱਤੀ ਵੀ ਰੱਬ ਨੇ ਆ ਸਭ ਕੁਝ ਸਾਡੇ ਲਈ ਪਵਨ ਹਵਾ ਦਿੱਤੀ, ਪਾਣੀ ਦਿੱਤਾ, ਧਰਤੀ ਦਿੱਤੀ, ਫਿਰ ਦਿਨ ਤੇ ਰਾਤ ਦਿੱਤੇ ਨੇ ਜਿਹੜੇ ਸਾਡੀ ਪਰਵਰਿਸ਼ ਕਰਦੇ ਨੇ। ਤੇ ਫਿਰ ਵੀ ਇਹਦੇ ਬਾਵਜੂਦ ਜੀਵਾਂ ਨੂੰ ਇੱਕ એનર્ਜੀ ਦਿੱਤੀ ਆ। ਉਹ એનર્ਜੀ ਦੇ ਮੁਤਾਬਕ ਜਿਸ ਤਰ੍ਹਾਂ ਦੇ ਆਪਾਂ ਕਰਮ ਕਰਾਂਗੇ, ਉਹ ਦਰਗਾਹ ਦੇ ਵਿੱਚ ਉਹਦੇ ਅਨੁਸਾਰ ਜੱਜਮੈਂਟ ਹੋਵੇਗੀ, ਉਸੇ ਤਰ੍ਹਾਂ ਉਹਦਾ ਫੈਸਲਾ ਹੋਵੇਗਾ। ਇਹ ਮਨੁੱਖ ਨੂੰ ਇਹ ਕਹਿ ਲਓ ਬਈ ਜਿਹੜਾ ਆਪਣੀ ਸ਼ਕਤੀ ਵਰਤਣ ਦਾ ਹੱਕ ਆ। ਆਪਾਂ ਜਿਵੇਂ ਹੁਣ ਨੈਗੇਟਿਵ ਜਿਹੜੇ ਵਿਚਾਰ ਵਰਤੇ ਆ ਜਾਂ ਪੋਜ਼ੀਟਿਵ ਆ, ਇਹ ਰੱਬ ਨੇ ਖੁੱਲ੍ਹ ਦਿੱਤੀ ਆ, ਪਰ ਇਹਦੇ ਵਿੱਚ ਮਤਲਬ ਰੱਬ ਸਾਨੂੰ ਉਹਨੇ એનર્ਜੀ ਦਿੱਤੀ ਆ। ਅਸੀਂ ਮਾੜਾ ਕੰਮ ਕਰਾਂਗੇ ਤਾਂ ਵੀ ਮਤਲਬ ਉਹਦੇ ਵੱਲੋਂ ਮਿਲੀ ਤਾਕਤ ਆਪਾਂ ਵਰਤ ਰਹੇ ਹਾਂ। ਜੇ ਆਪਾਂ ਚੰਗਿਆਈ ਕਰਾਂਗੇ, ਸਾਡੇ ਤੇ ਡਿਪੈਂਡ ਆ, ਇਹਦਾ ਉਹਨੂੰ ਸਜ਼ਾ ਮਿਲੇਗੀ। ਰੱਬ ਦਾ ਇਹਦੇ ਵਿੱਚ ਕੋਈ ਦੋਸ਼ ਨਹੀਂ ਗਾ, ਤੇ ਰੱਬ ਕੋਈ ਇਹ ਨਹੀਂ ਪ੍ਰੇਰਨਾ ਦਿੰਦਾ ਵੀ ਤੂੰ ਬੁਰਾ ਕੰਮ ਕਰ। ਇਹ ਮਨੁੱਖ ਦੇ ਉੱਤੇ ਡਿਪੈਂਡ ਆ, ਤੇ ਨਾਲ ਸਤਿਗੁਰੂ ਜੀ ਨੇ ਇਹਦਾ ਫਲ ਦੱਸ ਦਿੱਤਾ ਵੀ ਇਹਦੀ ਸਜ਼ਾ ਮਿਲੇਗੀ। ਬਹੁਤ ਬਹੁਤ ਧੰਨਵਾਦ ਜੀ। ਅਨਮਿਊਟ ਕਰੋ ਜੀ, ਆਪਣੇ ਆਪ ਨੂੰ ਅਨਮਿਊਟ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਫਤਿਹ ਜੀ। ਮੈਮ ਮੈਂ ਇੱਕ ਫਰਮਾਨ ਦਾ ਅਰਥ ਪੁੱਛਣਾ ਸੀ ਜੀ। ਬੋਲੋ ਜੀ। ਪਾਪ ਕਮਾਵਦੇ ਆ ਤੇਰਾ ਕੋਈ ਨਾ ਬੈਲੀ ਰਾਮ। ਹਾਂਜੀ ਹਾਂਜੀ, ਇਹ ਦੇਖੋ ਜੀ, ਇਹ ਸਾਰੀ ਟੋਕਿਆ ਅਨ ਕਾਏ ਰਾਤੜਿਆਂ ਵਾਟ ਦਹੇਲੀ ਰਾਮ। ਅਨ ਕਾਏ ਤੋਂ ਭਾਵ ਹੁੰਦਾ ਵੀ ਦੂਜੇ ਪਾਸੇ ਨੂੰ ਗਲਤ ਮਾਰਗ ਨੂੰ ਚੱਲਦਿਆਂ ਜਿਹੜਾ ਸਤਿਗੁਰੂ ਕਹਿੰਦੇ ਵੀ ਤੇਰਾ ਇਹ ਰਸਤਾ ਜਿਹੜਾ ਦਿਨੋਂ ਦਿਨ ਔਖਾ ਬਣਦਾ ਜਾਵੇਗਾ। ਜਦੋਂ ਆਪਾਂ ਮਾੜੇ ਕੰਮ ਕਰਾਂਗੇ, ਬੁਰੇ ਪਾਸੇ ਨੂੰ ਚੱਲਾਂਗੇ, ਤੇ ਸਾਡੇ ਦਿਨੋਂ ਦਿਨ ਸਾਡਾ ਜੀਵਨ ਟਫ ਹੁੰਦਾ ਜਾਏਗਾ, ਮੁਸ਼ਕਿਲਾਂ 'ਚ ਆ ਜਾਏਗਾ। ਅਨ ਕਾਏ ਰਾਤੜਿਆਂ ਵਾਟ ਦਹੇਲੀ ਰਾਮ, ਪਾਪ ਕਮਾਉਂਦਿਆਂ ਤੇਰਾ ਕੋਈ ਨਾ ਬੇਲੀ ਰਾਮ। ਤੇ ਜਦੋਂ ਜੀਵ ਨੂੰ ਸਤਿਗੁਰੂ ਕਹਿੰਦੇ ਤੂੰ ਪਾਪ ਕਮਾਏਗਾ ਨਾ, ਦਰਗਾਹ ਦੇ ਵਿੱਚ ਤੇਰਾ ਕੋਈ ਮਦਦਗਾਰ ਨਹੀਂ ਬਣੇਗਾ, ਕੋਈ ਬੇਲੀ ਨਹੀਂ ਹੋਵੇਗਾ। ਵੈਸੇ ਉੱਥੇ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਸਪਸ਼ਟ ਹੀ ਕਹਿ ਦਿੱਤਾ ਵੀ ਅੱਗੇ ਜਾਤ ਨਾ ਜੋਰ ਹੈ, ਅੱਗੇ ਜੀਓ ਨਵੇਂ ਜਿਨ ਕੀ ਲੇਖੇ ਪਤ ਪਵੇ ਚੰਗੇ ਸਹੀ ਕੇ। ਇਹ ਦੇ ਅਰਥ ਆ ਕਿ ਉੱਥੇ ਤੇਰਾ ਕਿਸੇ ਨੇ ਮਦਦਗਾਰ ਨਹੀਂ ਬਣਨਾ, ਕਿਸੇ ਨੇ ਤੈਨੂੰ ਨਹੀਂ ਛਡਾਉਣਾ। ਇਹ ਹੀ ਇਹਦੇ ਸੰਕੇਤ ਅਰਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ, ਇੱਕ ਤੁਕ ਦੇ ਅਰਥ ਪੁੱਛਣੇ ਸੀ ਕਿ ਜੋ ਜਪਜੀ ਸਾਹਿਬ ਵਿੱਚ 23ਵੀਂ ਪੌੜੀ ਦੀ ਆਖਰੀ ਤੁਕ ਹੈ, ਕੀੜੀ ਤੁਲਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੈ, ਇਹਦੇ ਅੱਖਰੀ ਅਰਥ ਕੀ ਬਣਦੇ ਨੇ ਤੇ ਭਾਵ ਅਰਥ ਕੀ ਨੇ?
ਇਹਦੇ ਅਖਰੀ ਅਰਥ ਤੇ ਇਹ ਆ ਵੀ ਕੀੜੀ ਤੁਲ ਤੋਂ ਹੁੰਦਾ, ਤੁਲ ਦੇ ਅਰਥ ਹੁੰਦਾ ਬਰਾਬਰ, ਕੀੜੀ ਤੋਂ ਅਰਥ ਚੀਟੀ, ਜਿਹਨੂੰ ਚੀਟੀ ਕਹਿ ਦਿੰਦੇ, ਕੀੜੀਆਂ ਤੁਲਨਾ ਹੋਵੇ ਜੇ ਤਿਸ ਮਨੋ ਨਾ ਵਿਸਰੈ। ਹੁਣ ਇਹਦੇ ਅੰਤਰੀਵ ਭਾਵ ਇਹ ਆ ਵੀ ਜੇ ਕੋਈ ਨਿਮਰਤਾ ਦੇ ਨਾਲ, ਵਾਹਿਗੁਰੂ ਨੂੰ ਇੱਥੇ ਕੀੜੀ ਜਿਹੜਾ ਸੰਕੇਤ ਆ ਨਿਮਰਤਾ ਦਾ ਹੈ, ਕਿ ਜੇ ਉਹ ਕੀੜੀ ਵਾਂਗੂ ਨਿਮਾਣਾ ਹੋ ਕੇ ਉਹਦੇ ਵਾਂਗੂ ਭਾਵੇਂ ਉਹ ਕਮਜ਼ੋਰ ਹੀ ਆ, ਉਹ ਰੱਬ ਨੂੰ ਯਾਦ ਕਰਦਾ ਤੇ ਉਹਦੇ ਬਰਾਬਰ ਕੋਈ ਅਮੀਰ ਤਾਕਤਵਰ ਵੀ ਨਹੀਂ ਪਹੁੰਚ ਸਕਦਾ। ਇਹ ਸਾਰੀ ਪੌੜੀ ਦੇ ਵਿੱਚ ਉਹ ਵੱਡੇ ਵੱਡੇ ਜਿਹੜਾ ਮਤਲਬ ਸਮੁੰਦ ਸ਼ਾਹ ਸੁਲਤਾਨ ਗਿਰਹਾ ਦਾ ਜ਼ਿਕਰ ਕੀਤਾ ਨਾ, ਵੱਡੇ ਵੱਡੇ ਬਾਦਸ਼ਾਹਾਂ ਦਾ, ਸੁਲਤਾਨਾਂ ਦਾ ਜ਼ਿਕਰ ਕਰਕੇ ਫਿਰ ਸਤਿਗੁਰੂ ਜੀ ਨੇ ਆਖਰ ਤੇ ਵਰਣਨ ਕੀਤਾ ਵੀ ਪਰ ਇਹਨੇ ਵੱਡੇ ਜਿਹੜੇ ਆ ਹੋਣ ਦੇ ਬਾਵਜੂਦ ਵੀ ਉਹ ਕੀੜੀ ਤੁਲ ਨਹੀਂ ਹੋ ਸਕਦੇ, ਉਸ ਮਨੁੱਖ ਦੇ ਬਰਾਬਰ ਨਹੀਂ ਹੋ ਸਕਦੇ ਜਿਹਦੇ ਵਿੱਚ ਨਿਮਰਤਾ, ਜਿਸ ਵਿੱਚ ਰੱਬ ਦੀ ਬੰਦਗੀ ਤੇ ਪਿਆਰ ਹੈ। ਹਾਂਜੀ ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਸਰ ਮੇਰਾ ਸਵਾਲ ਹੈ ਕਿ ਜਿਵੇਂ ਤੁਸੀਂ ਕਿਹਾ ਕਿ ਪਰਮਾਤਮਾ ਹਰ ਚੀਜ਼ ਵਿੱਚ ਵੱਸਦਾ ਹੈ, ਹਰ ਜੀਵ ਜੰਤੂ ਦੇ ਵਿੱਚ ਵੱਸਦਾ ਹੈ, ਉਸਦੀ ਜੋਤ ਹੈ ਹਰ ਜੀਵ ਜੰਤੂ ਦੇ ਵਿੱਚ, ਕਿ ਜਿਵੇਂ ਜਾਨਵਰ ਹੁੰਦੇ ਨੇ, ਜਿਵੇਂ ਸੱਪ ਭਰਿੰਡ ਵਰਗੇ ਜੀਵ ਹੁੰਦੇ ਨੇ ਤੇ ਉਹ ਸਾਡਾ ਨੁਕਸਾਨ ਕਰਦੇ ਆ, ਉਦੋਂ ਆਪਾਂ ਉਹਨਾਂ ਨੂੰ ਮਾਰ ਦਿੰਦੇ ਹਾਂ, ਉਹ ਸਹੀ ਹੈ ਕਿ ਗਲਤ ਹੈ? ਉਹ ਸਾਡਾ ਚੰਗਾ ਕਰਮ ਹੈ ਮੰਨਿਆ ਜਾਂਦਾ ਹੈ ਕਿ ਗਲਤ ਕਰਮ ਮੰਨਿਆ ਜਾਂਦਾ? ਇਹਦਾ ਵੈਸੇ ਤਾਂ ਜਿਹੜਾ ਮਤਲਬ ਸਾਡਾ ਨੁਕਸਾਨ ਪਹੁੰਚਾਉਂਦਾ, ਮੰਨ ਲਓ ਉਹ ਸਾਨੂੰ ਮਾਰਨ ਤੱਕ ਤੁਲਿਆ ਤੇ ਜੇ ਉਹਨੂੰ ਮਾਰ ਦੋ ਤੇ ਉਹ ਚ ਕੋਈ ਮਤਲਬ ਗਲਤੀ ਨਹੀਂ ਐਸੀ ਇਹੋ ਜੀ, ਕਿਉਂਕਿ ਉਹਨੇ ਕਿਹੜਾ ਪਰਉਪਕਾਰ ਕਰਨਾ, ਉਹਨੇ ਕਿਹੜੀ ਨੇਕੀ ਕਰਨੀ ਹੈ। ਸੱਪ ਆ ਹੁਣ ਤੇ ਸੱਪ ਨੇ ਡੰਗ ਮਾਰਨਾ, ਤੇ ਜੇ ਉਹਨੂੰ ਉਹਦੇ ਡੰਗ ਮਾਰਨ ਤੋਂ ਪਹਿਲਾਂ ਤੁਸੀਂ ਮਾਰ ਦੋ ਤੇ ਇਹ 'ਚ ਤੇ ਕੋਈ ਨੁਕਸਾਨ ਨਹੀਂ ਹੈਗਾ। ਬਾਕੀ ਜੇ ਸਾਡੀ ਕਿਤੇ ਉੱਚੀ ਅਵਸਥਾ ਹੋਵੇ, ਮੰਨ ਲਓ ਆਪਾਂ ਬ੍ਰਹਮ ਗਿਆਨ ਨੂੰ ਹੋਈਏ, ਉਹਦੇ ਵਿੱਚ ਐਸਾ ਜ਼ਿਕਰ ਵੀ ਆਉਂਦਾ ਵੀ ਉਹਨਾਂ ਨਾਲ ਜਾਨਵਰ ਵੀ ਪ੍ਰੇਮ ਕਰਦੇ, ਉਹਨਾਂ ਨਾਲ ਸ਼ੇਰ ਵੀ ਪ੍ਰੇਮ ਕਰਦੇ, ਉਹਨਾਂ ਦੀ ਅਵਸਥਾ ਹੋ ਰਿਹਾ। ਤੇ ਜਦੋਂ ਕੋਈ ਛੋਟੀ ਅਵਸਥਾ ਵਾਲਾ ਤੇ ਉਹ ਤੇ ਫਿਰ ਇਸੇ ਤਰ੍ਹਾਂ ਹੀ ਹੁੰਦਾ ਕਿ ਉਹ ਉਹਨਾਂ ਦੇ ਵਿੱਚੋਂ ਦੋਵਾਂ ਦਾ ਮੁਕਾਬਲਾ, ਜਾਂ ਉਹਨੇ ਪਹਿਲਾਂ ਮਾਰਤਾ ਜਾਂ ਉਹਨੇ ਮਾਰਤਾ। ਠੀਕ ਹੈ ਜੀ। ਹਾਂਜੀ, ਬਹੁਤ ਬਹੁਤ ਧੰਨਵਾਦ ਜੀ। ਮੈਮ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬੇਟਾ ਬੋਲੋ ਜੀ। ਮੇਰਾ ਕੁਐਸਚਨ ਇਹ ਸੀ। ਵਾਹਿਗੁਰੂ ਜੀ। ਵਾਹਿਗੁਰੂ ਜੀ ਕੀ ਫਤਿਹ। ਮੈਮ ਮੇਰਾ ਕੁਐਸਚਨ ਇਹ ਸੀ ਕਿ ਇਸ ਪੰਕਤੀ ਦਾ ਮਤਲਬ ਕੀ ਹੈ? ਧਨ ਧਰਨੀ ਧਰ, ਆਪ ਜੋਨੀ ਤੋਲ, ਬੋਲ ਸੱਚ ਪੂਰਾ। ਧਨ ਧਰਨੀ ਧਰ, ਇਹ ਦੁਬਾਰਾ ਬੋਲੋ ਬੇਟਾ। ਹਾਂਜੀ। ਧਨ ਧਰਨੀ ਧਰ, ਆਪ ਅਜੋਨੀ ਤੋਲ, ਬੋਲ ਸੱਚ ਪੂਰਾ। ਦੇਖੋ, ਮੈਂ ਜਿੰਨਾ ਕੁ ਮੈਨੂੰ ਪਤਾ ਇਹਦੇ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਵੀ ਵਾਹਿਗੁਰੂ ਦੀ ਉਸਤਤ ਦਾ ਇਹ ਸ਼ਬਦ ਆ, ਵਾਹਿਗੁਰੂ ਦੀ ਵਡਿਆਈ ਕੀਤੀ ਆ ਵੀ ਉਹ ਵਾਹਿਗੁਰੂ ਅਜੂਨੀ ਆ, ਜੂਨਾ ਤੋਂ ਰਹਿਤ ਆ। ਜਿਵੇਂ ਮੂਲ ਮੰਤਰ ਦੇ ਵਿੱਚ ਆ, ਤੋਲ ਬੋਲ ਦੇ ਵਿੱਚ ਉਹ ਵਾਹਿਗੁਰੂ ਪੂਰਾ ਆ, ਸੱਚਾ ਆ, ਤੇ ਉਹ ਧਰਤੀ ਦਾ ਮਾਲਕ ਆ। ਇਹਦੇ ਵਿੱਚ ਅੱਗੇ ਹੋਰ ਵੀ ਤੋਕਿਆ ਕਰਤੇ ਕਿ ਮਿਤ ਕਰਤਾ ਜਾਣੇ, ਕਹਿ ਜਾਣੇ ਗੁਰਸੂਰਾ। ਇਹਦੇ ਵਿੱਚ ਉਸ ਵਾਹਿਗੁਰੂ ਧਰਤੀ ਦੇ ਮਾਲਕ ਦੀ ਜਿਹੜੀ ਆ ਉਸਤਤ ਕੀਤੀ, ਵਡਿਆਈ ਕੀਤੀ ਆ। ਇੰਨਾ ਕੁ ਮੈਨੂੰ ਪਤਾ, ਬਾਕੀ ਹੋਰ ਤੇ ਵਾਹਿਗੁਰੂ ਜਾਣ। ਧੰਨਵਾਦ ਜੀ। ਵਾਹਿਗੁਰੂ ਖਾਲਸਾ ਜੀ ਫਤਿਹ ਜੀ। ਮੈਮ ਮੇਰੀ ਆਵਾਜ਼ ਆ ਰਹੀ ਆ? ਬੋਲੋ ਜੀ। ਆ ਰਹੀ ਆ ਰਹੀ ਹੈ ਜੀ, ਆ ਰਹੀ ਹੈ, ਬੋਲੋ। ਮੈਮ ਮੇਰਾ ਕੁਐਸਚਨ ਸਰਨਾ ਹੈ ਸਰ, ਸਾਜਨ ਸਾਜਨ ਬਾਰੇ ਪੁੱਛਿਆ ਜੀ। ਸਾਜਨ ਬਾਰੇ ਜੀ? ਹਾਂਜੀ, ਸਾਜਨ ਬਾਰੇ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ, ਜਿਸ ਨੂੰ ਆਪਾਂ ਕਹਿੰਦੇ ਹਾਂ ਸ੍ਰੇਸ਼ਟ, ਆਪਾਂ ਮਿੱਤਰ ਸੱਜਣ ਕਹਿੰਦੇ ਆ, ਉਹ ਆ ਸੱਜਣ ਦੇ ਅਰਥ ਨੇਕ ਜਨ, ਬਹੁਤ ਅੱਛੇ ਸੁਭਾਅ ਵਾਲਾ, ਇਹ ਇਹਦੇ ਅਰਥ ਹੈਗੇ ਕੋਸ਼ ਦੇ ਵਿੱਚ ਜੀ। ਤੇ ਇਹ ਸਾਡੇ ਧਿਆਨ ਰੱਖਣ ਵਾਲੀ ਗੱਲ ਆ। ਆਪਾਂ ਆਮ ਤੌਰ ਤੇ ਇਹਨਾਂ ਦੇ ਇੱਕੋ ਜਿਹੇ ਅਰਥ ਕਰ ਜਾਂਦੇ ਆ ਕਿ ਸੱਜਣ ਦੇ ਵੀ ਅਰਥ ਉਹ ਨੇ, ਮਿੱਤਰ ਦੇ ਅਰਥ ਵੀ ਉਹ ਆ,
ਜਿੱਥੇ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਦਾ ਉਚਾਰਨ ਕੀ ਗਹਿਰੀ ਜਿਹੜੀ ਗੱਲ ਹੁੰਦੀ ਹੈ ਭਾਵਨਾ, ਉਹਨੂੰ ਵਿਚਾਰਦੇ ਨਹੀਂ ਤਦ ਤੱਕ ਸਾਨੂੰ ਪਤਾ ਨਹੀਂ ਲੱਗ ਸਕਦਾ। ਇਸ ਲਈ ਜਿਹੜੇ ਅਰਥ ਮੈਨੂੰ ਮਿਲੇ ਆ ਉਹਦੇ ਹੁੰਦੇ ਆ ਨੇਕ, ਜਿਹੜਾ ਚੰਗੇ ਸੁਭਾਅ ਵਾਲਾ, ਉੱਤਮ, ਸ੍ਰੇਸ਼ਟ, ਉਹਨੂੰ ਕਹਿੰਦੇ ਸੱਜਣ। ਧੰਨਵਾਦ ਜੀ। ਹਾਂਜੀ, ਹੋਰ ਕੋਈ ਹੈਂਡ ਰੇਜ਼ ਹੈ ਜੀ? ਹਾਂਜੀ ਭੈਣ ਜੀ। ਵਾਹਿਗੁਰੂ ਜੀ ਕਾ ਹਾਂਜੀ, ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਫਤਿਹ। ਫਤਿਹ ਜੀ। ਹਾਂਜੀ ਵਾਹਿਗੁਰੂ ਖਾਲਸਾ ਇਹ ਵਾਹਿਗੁਰੂ ਜੀ ਹੈ ਕੀ ਕਿ ਫਤਿਹ। ਮੇਰਾ ਕੁਐਸਚਨ ਇਹ ਆ ਕਿ ਕਈ ਲੋਕ ਹਰ ਸਮੇਂ ਨਾ ਚੁਸਤ ਚਲਾਕੀ ਵਿੱਚ ਲੱਗੇ ਰਹਿੰਦੇ ਨੇ ਤੇ ਉਹਨਾਂ ਨੂੰ ਲੱਗਦਾ ਹੈ ਕਿ ਉਸ ਨੂੰ ਕੋਈ ਵੀ ਨਹੀਂ ਦੇਖ ਰਿਹਾ, ਕਿ ਸਾਨੂੰ ਉਸ ਨੂੰ ਉਹਨਾਂ ਦੀ ਗਲਤੀ ਦਾ ਅਹਿਸਾਸ ਦਿਵਾਉਣਾ ਚਾਹੀਦਾ ਹੈ ਕਿ ਨਹੀਂ ਦਿਵਾਉਣਾ ਚਾਹੀਦਾ? ਬਿਲਕੁਲ, ਉਹਨੂੰ ਸਾਡਾ ਫਰਜ਼ ਬਣਦਾ ਗੁਰਸਿੱਖੀ ਦੇ ਨਾਤੇ ਐਸੇ ਮਨੁੱਖ ਨੂੰ ਜੇ ਉਹ ਸਮਝੇ ਤੇ ਜ਼ਰੂਰ ਸਮਝਾਈਏ ਵੀ ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ। ਗੁਰੂ ਅਮਰਦਾਸ ਜੀ ਦਾ ਨੂੰ ਉਪਦੇਸ਼ ਦੱਸੀਏ ਕਿ ਜਿਹੜਾ ਸਾਡਾ ਮਨੁੱਖ ਦਾ ਫਰਜ਼ ਇਹ ਨੀਗਾ ਵੀ ਚੰਚਲਤਾਈਆਂ ਜੀਵਨ ਦੇ ਵਿੱਚ ਇਕੱਠੀਆਂ ਕਰਨੀਆਂ, ਚਲਾਕੀਆਂ ਕਰਨੀਆਂ। ਸਾਡਾ ਜੀਵਨ ਆ ਜਿਹੜੇ ਗੁਣ ਕਲੈਕਟ ਕਰੋ, ਕੁਆਲਿਟੀ ਜਿਹੜੀ ਜੀਵਨ ਦੇ ਵਿੱਚ ਕਲੈਕਟ ਹੋਣੀਆਂ ਚਾਹੀਦੀਆਂ। ਇਸ ਲਈ ਸਾਨੂੰ ਸਮਝਾਉਣਾ ਚਾਹੀਦਾ। ਇਹੀ ਤੇ ਗੁਰਸਿੱਖੀ, ਇਹੀ ਗੁਰਮਤਿ ਦਾ ਪ੍ਰਚਾਰ ਆ। ਬਿਲਕੁਲ ਉਹਨੂੰ ਕਹਿਣਾ ਚਾਹੀਦਾ ਹਰ ਹਾਲਤ ਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਮੈਮ ਮੇਰਾ ਕੁਐਸਚਨ ਇਹ ਸੀ, ਪਹਿਲਾਂ ਛੋਟੀ ਭੈਣ ਨੇ ਵੀ ਪੁੱਛਿਆ ਸੀ ਕਿ ਜੇਕਰ ਕੋਈ ਇਨਸਾਨ ਕੋਈ ਜਾਨਵਰ ਆਪਾਂ ਨੂੰ ਨੁਕਸਾਨ ਨਾ ਪਹੁੰਚਾਉਂਦਾ ਹੋਵੇ ਪਰ ਫਿਰ ਵੀ ਜਿਹੜੇ ਮਾਸਾਹਾਰੀ ਹੁੰਦੇ ਆ ਉਹ ਉਹਨਾਂ ਨੂੰ ਵੱਢ ਕੇ ਕਿਉਂ ਖਾਂਦੇ ਆ ਜੀ? ਇਹ ਗੁਰਬਾਣੀ ਦੇ ਮੁਤਾਬਕ ਉਲਟਿਆ ਜੀਵ ਹੱਤਿਆ ਆ। ਗੁਰੂ ਨਾਨਕ ਦੇ ਧਰਮ ਦਾ ਉਪਦੇਸ਼, ਮੁੱਖ ਉਪਦੇਸ਼ ਆ ਦਇਆ ਕਰਨੀ, ਤੇ ਇਹ ਦਇਆ ਦੇ ਵਿਪਰੀਤ ਆ, ਵਿਰੋਧ ਆ। ਇਸ ਲਈ ਇਹ ਗੁਰਬਾਣੀ ਦੇ ਮੁਤਾਬਕ ਗਲਤੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਫਤਿਹ ਜੀ। ਮੇਰਾ ਪ੍ਰਸ਼ਨ ਹੈ, ਜਦ ਸ਼ਬਦ ਹੁੰਦਾ ਸੋਚਿਆ ਸੋਚਣਾ ਹੋ ਗਈ, ਜੇ ਸੋਚੀ ਲੱਖ ਵਾਰ, ਇਸ ਦਾ ਮੀਨਿੰਗ ਕੀ ਹੈ? ਆਵਾਜ਼ ਕੱਟ ਰਹੀ ਤੁਹਾਡੀ। ਹਾਂਜੀ, ਇੱਥੇ ਇਹਦਾ ਮੀਨਿੰਗ ਆ ਜਪਜੀ ਸਾਹਿਬ ਜੀ ਦੀ ਪਹਿਲੀ ਪੌੜੀ ਇੱਥੋਂ ਸ਼ੁਰੂ ਹੁੰਦੀ ਆ ਤੇ ਇਹ ਪਹਿਲੀ ਉਸਦੀ ਪੰਕਤੀ ਆ। ਜਪਜੀ ਸਾਹਿਬ ਜੀ ਦੀ ਪਹਿਲੀ ਪੰਕਤੀ ਇਹ ਆ ਜਿਸ ਦੇ ਵਿੱਚ ਇੱਥੇ ਸੋਚਿਆ, ਸੋਚ ਤੋਂ ਅਰਥ ਥਾਟ ਨਹੀਂ, ਜਿਹਨਾਂ ਨੂੰ ਆਪਾਂ ਥਾਟਸ ਕਹਿ ਦਿੰਦੇ, ਵਿਚਾਰ ਕਹਿੰਦੇ। ਇੱਥੇ ਇਹ ਅਰਥ ਨਹੀਂ ਗੇ। ਇੱਥੇ ਇਹਦੇ ਬੱਚੋ ਅਰਥ ਨੇ ਭਈ ਸੁਚਤਮ ਰੱਖਣ ਨਾਲ, ਸੁੱਚੇ ਹੋਣ ਦੇ ਨਾਲ, ਤੀਰਥ ਇਸ਼ਨਾਨ ਕਰਨ ਦੇ ਨਾਲ ਮਨੁੱਖ ਜਿਹੜਾ ਸੁੱਚਿਆ ਨਹੀਂ ਹੋ ਸਕਦਾ। ਜੇ ਲੱਖਾਂ ਵਾਰੀ ਉਹ ਤੀਰਥ ਯਾਤਰਾ ਕਰ ਲਵੇ, ਇਹ ਦੇ ਅਰਥ ਬਣ ਗਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਮੈਮ ਮੇਰਾ ਕੁਐਸਚਨ ਇਹ ਆ ਕਿ ਭਗਤ ਕਬੀਰ ਜੀ ਦਾ ਇੱਕ ਸ਼ਬਦ ਆ ਸਾਰੰਗ ਰਾਗ ਦੇ ਵਿੱਚ 1253 ਅੰਕ ਦੇ ਉੱਪਰ, ਉਸ ਵਿੱਚ ਮੈਮ ਪੰਕਤੀ ਆ, ਬਿਨ ਕੌਣ ਸਹਾਈ ਮਨ ਕਾ, ਮਾਤ ਪਿਤਾ ਭਾਈ ਸੂਤ ਪਨੀਤਾ, ਹਿਤ ਲਾਗੋ ਸਭ ਫਨ ਕਾ। ਇਸ ਦਾ ਅਰਥ ਦੱਸਿਓ। ਦੁਬਾਰਾ ਬੋਲ ਦੋ ਬੇਟਾ। ਹਰ ਬਿਨ ਕੌਣ ਸਹਾਈ ਮਨ ਕਾ, ਹਰ ਬਿਨ ਕੌਣ ਸਹਾਈ ਮਨ ਕਾ, ਮਾਤ ਪਿਤਾ ਭਾਈ ਸੂਤ ਬਨੀਤਾ, ਹਿਤ ਲਾਗੋ ਸਭ ਫਨ ਕਾ। ਇਹ ਬੇਟੇ ਤੇਰੀ ਸਾਰੀ ਪੰਕਤੀ ਠੀਕ ਆ। ਨਾ ਬਨਿਤਾ ਕਹਿਣਾ, ਨਾ ਸੂਤ ਕਹਿ ਹੁੰਦੇ ਨੇ ਇਸਤਰੀ। ਇੱਥੇ ਜੇ ਤੁਸੀਂ ਸਾਰਾ ਵੇਰਵਾ ਦੇ ਦਿੱਤਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਵੀ ਇਹ ਜਿਹੜਾ ਨਾਸ਼ ਮਾਨਤਾ ਦਾ ਇੱਕ ਦੂਜੇ ਦੇ ਨਾਲ ਜਿਹੜਾ ਸੰਬੰਧ ਜੁੜਿਆ ਪਿਆ ਆ, ਫਨਕਾ ਤੋਂ ਭਾਵਦਾ ਵੀ ਇਹ ਫਨਾ ਹੋਣ ਵਾਲਾ ਵਾ, ਨਾਸ਼ ਹੋਣ ਵਾਲਾ ਆ। ਰੱਬ ਤੋਂ ਬਿਨਾਂ ਸਾਡੇ ਮਨ ਦਾ ਕੋਈ ਮਦਦਗਾਰ ਨਹੀਂ ਬਣ ਸਕਦਾ। ਇਹ ਇਹਦਾ ਉੱਤਰ ਹੈ ਬੱਚੇ। ਓਕੇ ਅੰਕਲ ਜੀ। ਹਾਂਜੀ, ਬਹੁਤ ਧੰਨਵਾਦ ਜੀ। ਬਹੁਤ ਧੰਨਵਾਦ ਜੀ। ਹੋਰ ਬਹੁਤ ਨੇ ਜੀ, ਪਰ ਹਾਂਜੀ
ਹਾਂਜੀ, ਸਮੇਂ ਦਾ ਜਿਹੜਾ ਚੱਕਰ ਹੈ ਉਹ ਚੱਲਦਾ ਹੀ ਜਾ ਰਿਹਾ ਜੀ। ਸੋ ਹੋਰ ਹੈਂਡਰੇਜ ਹੁਣ ਸ਼ਾਇਦ ਸਮਾਂ ਹੋ ਗਿਆ ਜੀ ਕਿ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਪੂਰੀ ਟੀਮ ਵੱਲੋਂ ਭਾਈ ਕਰਮ ਸਿੰਘ ਜੀ ਦਾ ਫਿਰ ਦੁਬਾਰਾ ਤੋਂ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੰਨਾ ਸਮਾਂ ਕੱਢਿਆ, ਤੇ ਨਾਲ ਭੈਣ ਰੁਪਿੰਦਰ ਕੌਰ ਜੀ ਦਾ ਜਿਨ੍ਹਾਂ ਦੇ ਕਰਕੇ ਅਸੀਂ ਉਹਨਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾ ਸਕੇ ਜੀ। ਐਜੂਕੇਟ ਪੰਜਾਬ ਪ੍ਰੋਜੈਕਟ ਦੀ ਪੂਰੀ ਟੀਮ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਸੋ ਅੱਜ ਇੱਥੇ ਸਮਾਪਤੀ ਹੈ ਜੀ। ਕੱਲ ਨੂੰ ਫਿਰ 4 ਵਜੇ ਮਿਲਾਂਗੇ ਜੀ। ਹੁਣ ਸਕਰੀਨ ਸ਼ੇਅਰ ਕੀਤੀ ਜਾਵੇ ਜੀ ਕਿ ਜਾਪ ਦੀ ਸੇਵਾ ਵਾਲੀ ਜੋ ਕੀਰਤਨ ਦੀ ਸੇਵਾ ਬੱਚਿਆਂ ਨੇ ਲੈਣੀ ਹੈ, ਤਾਂ ਕਿ ਫੋਨ ਨੰਬਰ ਹੈ ਜਿਹੜੇ ਨੋਟ ਕੀਤੇ ਜਾਣ। ਸਾਰੇ ਬੱਚਿਆਂ ਨੂੰ ਬੇਨਤੀ ਹੈ ਕਿ ਇੱਕ ਵਾਰੀ ਜ਼ਰੂਰ ਜਾਪ ਦੀ ਸੇਵਾ, ਕੀਰਤਨ ਦੀ ਸੇਵਾ ਜ਼ਰੂਰ ਲਓ ਜੀ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਜੇ ਕੋਈ ਅਟੈਂਡੈਂਸ ਵੱਲੋਂ ਰਹਿੰਦਾ ਹੈ ਤਾਂ ਉਹ ਆਪਣੀ ਅਟੈਂਡੈਂਸ ਲਗਾ ਸਕਦਾ ਜੀ। ਠੀਕ ਹੈ ਭੈਣ ਜੀ, ਦਾਸ ਵੱਲੋਂ ਵੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।